ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਗੱਲਬਾਤ ਦਾ ਸਿਲਸਿਲਾ ਅਸੀਂ ਨਵੀਂ ਸੰਸਦ ਦੀ ਇਮਾਰਤ ਤੋਂ ਸ਼ੁਰੂ ਕਰਾਂਗੇ, ਜਿਹਦਾ ਅੱਜ ਉਦਘਾਟਨ ਹੋਇਆ ਹੈ। ਵਿਰੋਧੀ ਧਿਰਾਂ ਦੀ ਭੂਮਿਕਾ ਜਿਸ ਤਰੀਕੇ ਦੇ ਨਾਲ ਵਿਚਾਰੀ ਜਾਏਗੀ, ਇਹਨੂੰ ਇਤਿਹਾਸ ਦੱਸਿਆ ਜਾ ਰਿਹਾ। ਮੋਦੀ ਸਾਹਿਬ ਨੇ ਉੱਤੇ ਬਹੁਤ ਜ਼ਿਕਰ ਕੀਤਾ, ਸਿੰਗੋਲ ਦਾ ਬੜੇ ਵੱਡੇ ਪੱਧਰ ਦੇ ਉੱਤੇ ਜ਼ਿਕਰ ਹੋਇਆ। ਉਸ ਸਭ ਦੇ ਬਾਰੇ ਪ੍ਰੋਫੈਸਰ ਸਾਹਿਬ ਨੇ ਬੜੇ ਧਿਆਨ ਦੇ ਨਾਲ ਸੁਣਿਆ ਵੀ ਹੈ ਕਿ ਮੋਦੀ ਸਾਹਿਬ ਨੇ ਕਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇੱਥੋਂ ਸ਼ੁਰੂ ਕਰਕੇ ਅਸੀਂ ਪਹਿਲਵਾਨਾਂ ਦੀ ਵੀ ਗੱਲ ਕਰਾਂਗੇ, ਜਿਹੜੀਆਂ ਪਹਿਲਵਾਨ ਕੁੜੀਆਂ ਨੇ ਮਹਾਪੰਚਾਇਤ ਸੱਦੀ ਸੀ, ਉਹਨਾਂ ਦੇ ਨਾਲ ਕੀ ਧੱਕਾ ਹੋਇਆ, ਉਹਦੇ ਉੱਤੇ ਵੀ ਗੱਲਬਾਤ ਹੋਏਗੀ। ਕਿਵੇਂ ਉਹਨਾਂ ਦੇ ਟੈਂਟ ਪੁੱਟ ਸੁੱਟੇ। ਤੇ ਗੱਲ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਬੇਅਦਬੀ ਦੇ ਮਸਲੇ ਤੇ, ਉਹਦੇ ਉੱਤੇ ਵੀ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਮੈਂ ਚਾਹਾਂਗਾ ਕਿ ਆਪਾਂ ਸਮਾਂ ਜਿਹੜਾ ਇੱਥੋਂ ਹੀ ਸ਼ੁਰੂ ਕਰੀਏ ਕਿ ਜਿਹੜੀ ਨਵੀਂ ਸੰਸਦ ਦਾ ਉਦਘਾਟਨ ਹੋਇਆ ਉਹ ਕਿਸ ਤਰ੍ਹਾਂ ਦਾ ਰਿਹਾ। ਹਾਂ, ਇਹ ਐਤਵਾਰ ਮੋਦੀ ਜੀ ਤੇ ਕਹਿ ਰਹੇ ਸੀ ਬੜਾ ਇਤਿਹਾਸਿਕ ਆ। ਇਹ ਦੋ ਚਰਨਾਂ 'ਚ ਹੋਇਆ ਜਿੱਥੋਂ ਤੱਕ ਮੈਂ ਵੇਖਿਆ। ਮੈਂ ਬਹੁਤਾ ਉਸਨੂੰ ਜਿੰਨਾ ਕੁ ਫਾਲੋ ਕਰ ਸਕਿਆ। ਸਵੇਰੇ ਇਸ ਵਕਤੇ ਜਿਹੜੇ ਉਹਦਾ ਧਾਰਮਿਕ ਫੰਕਸ਼ਨ ਸੀ ਤੇ ਬਾਅਦ ਵਿੱਚ ਤੁਸੀਂ ਕਹਿ ਲਓ ਕਿ ਰਾਜਨੀਤਿਕ ਫੰਕਸ਼ਨ ਸੀਗਾ, ਜਿਹੜਾ ਦੁਪਹਿਰ ਵੇਲੇ, ਜਿਹੜਾ ਕਿ ਮੋਦੀ ਜੀ ਦਾ ਉਹਦੇ ਵਿੱਚ ਅਖੀਰ 'ਚ ਤਕਰੀਬਨ ਅੱਧੇ ਘੰਟੇ ਦਾ ਘੱਟੋ ਘੱਟ ਭਾਸ਼ਣ ਸੀਗਾ। ਉਹਦੇ 'ਚ ਜੋ ਦੇਖਣ ਨੂੰ ਇਹ ਮਿਲਿਆ ਕਿ ਜਦੋਂ ਸਵੇਰੇ ਕੁਛ ਤੇ ਪੰਡਤ ਜੀ ਵੱਡੀ ਗਿਣਤੀ 'ਚ ਉੱਥੇ ਪਹੁੰਚੇ ਸੀ, ਉੱਥੇ ਹਵਨ ਹੋਇਆ ਤੇ ਸਾਰੇ ਬਾਕੀ ਲੋਕ ਵੀ ਉਹਨਾਂ ਨੂੰ ਦੇਖ ਰਹੇ ਸੀਗੇ ਕਿ ਕਿਵੇਂ ਪ੍ਰਧਾਨ ਮੰਤਰੀ ਜੀ ਹਵਨ ਦੇ ਵਿੱਚ ਸਾਰਾ ਰਸ ਪਾ ਕੇ, ਜੋ ਵੀ ਹੈ ਘਿਓ ਪਾ ਕੇ ਸਾਰਾ ਉਸ ਦੇ ਵਿੱਚ ਸ਼ਾਮਲ ਹੋ ਰਹੇ ਆ, ਤੇ ਉਹ ਇੱਕ ਰਿਚੁਅਲ ਹੋਇਆ। ਉਦੋਂ ਬਾਅਦ ਫਿਰ ਉਹ ਜਿਹੜਾ ਤੁਸੀਂ ਸੈਂਗੋਲ ਦਾ ਗੱਲ ਕਰ ਰਹੇ ਆ, ਉਹ ਇੱਕ ਚੋਲਾ ਪੀਰੀਅਡ ਦਾ ਨਿਸ਼ਾਨ ਹੈਗਾ ਆ। ਉਹ ਰਾਜ ਕਰਦੀ, ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਛੜੀ ਹੈਗੀ ਆ, ਜਿਹਦਾ ਅੱਗੇ ਤੋਂ ਅੱਗੇ, ਜਿਹਨੂੰ ਰਿਲੇ ਰੇਸ ਦੇ ਵਿੱਚ ਅਸੀਂ ਇੱਕ ਛੜੀ ਅੱਗੇ ਨੂੰ ਦਿੰਨੇ ਅਗਲੇ ਪਲੇਅਰ ਨੂੰ, ਉਸੇ ਕਿਸਮ ਦੀ ਹੈ। ਲੰਬੇ ਸਮਾਂ ਚੋਲਾ ਪੀਰੀਅਡ ਦਾ ਰਾਜ ਰਿਹਾ, 300 BC ਤੋਂ ਲੈ ਕੇ ਬਾਅਦ ਵਿੱਚ। ਮੈਂ ਉਹਨੂੰ ਬਹੁਤਾ ਨਹੀਂ ਅਜੇ ਖੰਗਾਲ ਸਕਿਆ, ਪਰ ਮੈਨੂੰ ਇਹ ਪਤਾ ਕਿ ਸਾਊਥ ਦੇ ਵਿੱਚ ਉਹ ਇੱਕ ਲੰਬਾ ਰਾਜ ਰਿਹਾ, ਅਸ਼ੋਕਾ ਪੀਰੀਅਡ ਤੋਂ ਲੈ ਕੇ ਉਦੋਂ ਬਾਅਦ ਤੱਕ। ਤਾਂ ਉਸ ਤੋਂ ਇਹ ਜਿਹੜਾ ਉੱਥੇ ਕੋਈ ਹੁਣ ਮੰਦਿਰ ਹੈਗੇ ਆ ਉਹਨਾਂ ਦੇ, ਛੜੀ ਜਿਹੜੀ ਹੈ 400 ਸਾਲ ਪੁਰਾਣਾ ਮੰਦਿਰ ਸ਼ਾਇਦ ਕਹਿ ਰਹੇ ਸੀਗੇ ਕਿ ਉੱਥੇ ਸੁਖਵਿੰਦਰ ਇਹ ਉਦੋਂ ਉੱਥੋਂ ਦੇ ਜਿਹੜੇ ਧਾਰਮਿਕ ਲੋਕ ਸੀਗੇ ਜਾਂ ਉਹ ਮੰਦਿਰ ਦੇ ਪੁਜਾਰੀ ਸੀ, ਜਦੋਂ ਇਹ ਜਵਾਹਰ ਲਾਲ ਨਹਿਰੂ ਨੂੰ ਇਹ ਪਤਾ ਲੱਗਾ ਕਿ ਹੁਣ ਅਸੀਂ ਅੱਜ ਅਨਾਉਂਸ ਕਰਨਾ ਆ, ਤੇ ਉਦੋਂ ਪਹਿਲਾਂ 14 ਤਰੀਕ ਨੂੰ ਸ਼ਾਇਦ ਉਹਨਾਂ ਦੇ ਘਰ ਪੰਡਿਤ ਆਏ। ਹਾਲਾਂਕਿ ਜਵਾਹਰ ਲਾਲ ਨਹਿਰੂ ਤੇ ਥਾਰੋ ਸੈਕੂਲਰ ਸੀ, ਉਹ ਤੇ ਕਿਸੇ ਸਰਕਾਰੀ ਪੈਸੇ ਚੋਂ ਕਿਸੇ ਮੰਦਿਰ ਮਸਜਿਦ ਨੂੰ ਜਾਂ ਗੁਰਦੁਆਰਾ ਸਾਹਿਬ ਨੂੰ ਕਿਸੇ ਵੀ ਕਿਸਮ ਦਾ ਕੋਈ ਪੈਸੇ ਦੇਣੇ ਜਾਂ ਸਰਕਾਰੀ ਤੌਰ ਤੇ ਉੱਥੇ ਜਾਣਾ, ਨਿੱਜੀ ਤੌਰ ਤੇ ਤੁਸੀਂ ਜਾਓ, ਪਰ ਸਰਕਾਰੀ ਤੌਰ ਤੇ ਜਾਣਾ ਉਹ ਵੀ ਉਸਦੀ ਆਪਣੇ ਆਪ ਤੋਂ ਗੁਰੇਜ਼ ਕਰਦੇ ਸੀ, ਕਿਉਂਕਿ ਉਹਨਾਂ ਦਾ ਮਾਈਂਡ ਸੀ ਕਿ ਇੱਥੇ ਸਭ ਧਰਮਾਂ ਦੇ ਲੋਕ ਹੈ ਤੇ ਸਾਰਿਆਂ ਨੂੰ ਬਰਾਬਰ ਦੀ ਰਿਸਪੈਕਟ ਰਹਿਣੀ ਚਾਹੀਦੀ ਹੈ। ਇੱਥੇ ਉਹਦੇ ਬਾਵਜੂਦ ਜਿਹਨੂੰ ਕਹਿੰਦੇ ਆ ਕਿ ਕੌੜਾ ਘੁੱਟ ਕਰਕੇ, ਮੈਂ ਅਖਬਾਰਾਂ 'ਚ ਅੱਜ ਪੜ੍ਹ ਰਿਹਾ ਸੀ ਜਿਹੜੇ ਲੀਡਿੰਗ ਪੇਪਰ ਆ, ਕਿ ਉਹਨਾਂ ਦੇ ਭੂਤੀ ਜਿਹੜੀ ਵਿਭੂਤੀ ਲਾਉਣੀ ਹੁੰਦੀ ਹੈ, ਜੋ ਵੀ ਰਿਚੁਅਲ ਹੁੰਦੇ ਆ, ਇੱਕ ਬ੍ਰਹਿਮਨਿਕਲ ਰਿਚੁਅਲ, ਉਹ ਕਰਕੇ ਗਏ। ਤੇ ਨਾਲ ਇਹ ਜਿਹੜੀ ਛੜੀ ਹੈ ਜਿਹਨੂੰ ਸੈਪਟਰ ਕਹਿੰਦੇ ਆ, ਔਰ ਜਿਹਦਾ ਨਾਂ ਸੈਂਗੋਲ ਹੈਗਾ, ਉਸ ਨੂੰ ਇਹ ਦੇ ਕੇ ਗਏ ਸੀ। ਉਹ ਗੱਲ ਇਸ ਤਰ੍ਹਾਂ ਸੀ ਕਿਉਂਕਿ ਇੰਨੀ ਸੀ, ਉਹ ਫਿਰ ਇਲਾਹਾਬਾਦ 'ਚ ਜਿੱਥੇ ਮਿਊਜ਼ੀਅਮ ਆ ਉੱਥੇ ਰੱਖ ਦਿੱਤਾ ਸੀਗਾ। ਹੁਣ ਇਹ ਜਿਹੜੇ ਸਾਰਾ ਫੰਕਸ਼ਨ ਸੀ ਅੱਜ ਇੱਕ ਨਵੀਂ ਪਾਰਲੀਮੈਂਟ ਦਾ, ਉਹਦੇ ਕਈ ਮਕਸਦ ਤੇ ਕਈ ਅਰਥ ਹੈਗੇ ਆ। ਸਭ ਤੋਂ ਵੱਡਾ ਤੇ ਇਹ ਹੈ ਕਿ ਇੱਕ ਨਵੀਂ ਸ਼ੁਰੂਆਤ ਆ। ਦੂਸਰਾ ਉਹਦਾ ਅਰਥ ਇਹ ਹੈ ਕਿ ਇਹ ਇੱਕ ਖਾਸ ਕਿਸਮ ਦੀ ਸੋਚ ਤੇ ਖਾਸ ਕਿਸਮ ਦੇ ਜਿਹੜੇ ਵਿਚਾਰ ਉਸ ਤਰ੍ਹਾਂ ਉਸੇ ਹੀ ਰਿਚੁਅਲ ਦੇ ਨਾਲ ਸ਼ੁਰੂ ਕੀਤਾ ਗਿਆ ਇੱਕ ਪਾਰਲੀਮੈਂਟ ਹੈ। ਇਹ ਪਹਿਲੇ ਵਾਲਾ ਪਾਰਲੀਮੈਂਟ ਹਾਊਸ ਕਿਉਂਕਿ ਬ੍ਰਿਟਿਸ਼ ਟਾਈਮ ਦਾ ਬਣਿਆ ਸੀ, ਇਸ ਕਰਕੇ ਉਹ ਲਗਾਤਾਰ ਇੰਝ ਲੱਗਦਾ ਸੀ ਕਿ ਅਸੀਂ ਵਿਦੇਸ਼ਾਂ ਦੇ ਜਿਵੇਂ ਗੁਲਾਮ ਹੋਈਏ, ਤੇ ਹੁਣ ਸਾਨੂੰ ਅਸਲ ਮਾਅਨਿਆਂ 'ਚ ਆਪਣੇ ਬਣਾਈ ਹੋਈ ਬਿਲਡਿੰਗ ਦੇ ਵਿੱਚ, ਜਿਹੜੀ ਕਿ ਇਹ ਗੱਲ ਤੇ ਮੰਨਣ ਵਾਲੀ ਹੈ ਕਿ 2.5 ਸਾਲਾਂ 'ਚ ਏਡੀ ਵੱਡੀ ਬਿਲਡਿੰਗ ਨੂੰ ਬਣਾ ਦੇਣਾ ਤੇਜ਼ੀ ਨਾਲ। 60,000 ਮਜ਼ਦੂਰ ਸੀ ਜਿਨ੍ਹਾਂ ਨੂੰ ਆਨਰ ਵੀ ਕੀਤਾ ਗਿਆ, ਜਿਨ੍ਹਾਂ ਨੂੰ ਐਪਰੀਸ਼ੀਏਟ ਵੀ ਕੀਤਾ ਪ੍ਰਧਾਨ ਮੰਤਰੀ ਨੇ। ਇੱਕ ਚੰਗੀ ਗੱਲ ਹੈ, ਇਹ ਇੱਕ ਆਪਣੇ ਆਪ 'ਚ ਅਚੀਵਮੈਂਟ ਵੀ ਹੈ। ਪਰ ਜੋ ਉਹਦੇ ਰਾਹੀਂ ਮੈਸੇਜ ਸੁਨੇਹਾ ਦੇਣ ਦੀ ਕੋਸ਼ਿਸ਼ ਹੈ
ਕਿ ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਉਹਦਾ ਹੁਣ ਯੁੱਗ ਤੁਸੀਂ ਆਪ ਲੱਭ ਲਓ। ਜਿਸ ਤਰੀਕੇ ਨਾਲ ਇੱਕ ਧਰਮ ਦੇ ਰਿਚੁਅਲਸ, ਹਾਲਾਂਕਿ ਦੂਸਰਿਆਂ ਨੂੰ ਵੀ ਬੁਲਾਇਆ ਗਿਆ ਸੀਗਾ, ਉਹਦੇ ਚ ਮੈਂ ਦੇਖ ਰਿਹਾ ਸੀ ਕੀਰਤਨੀ ਸਾਡੇ ਸਿੱਖ ਭਾਈ ਵੀ ਸੀਗੇ, ਹੋਰ ਧਰਮਾਂ ਦੇ ਬੰਦੇ ਵੀ ਸਾਰੇ ਬੈਠੇ ਸੀ ਇਸ ਨੂੰ ਬਣਾਉਣ ਦੀ, ਤੇ ਸਰਬ ਧਰਮ ਦੀ ਕੋਸ਼ਿਸ਼ ਕੀਤੀ। ਪਰ ਸਰਬ ਧਰਮ ਕਿਵੇਂ ਹੋਊਗਾ ਜਦ ਪ੍ਰਧਾਨ ਮੰਤਰੀ ਇੱਕ ਕਿਸਮ ਦੇ ਹਵਨ ਚ ਪਾਰਟਿਸਿਪੇਟ ਕਰ ਰਿਹਾ ਤੇ ਬਾਕੀ ਤੇ ਉੱਥੇ ਸ਼ਾਮਿਲ ਹੋ ਕੇ ਬੈਠ ਕੇ ਦੇਖ ਰਹੇ ਆ, ਜਾਂ ਉਹਦੇ ਚ ਜਿੰਨਾ ਕੁ ਵੀ ਥੋੜਾ ਬਹੁਤ ਹੈ ਕਿ ਉਸ ਨੂੰ ਸਪੋਰਟ ਕਰ ਰਹੇ ਆ। ਇਸ ਦਾ ਮਤਲਬ ਤੁਸੀਂ ਆਪ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਆ। ਦੂਸਰਾ, ਮੈਂ ਖਾਸ ਨੋਟ ਕੀਤਾ ਕਿ ਜਦੋਂ ਪਾਰਲੀਮੈਂਟ ਦੀ ਕਾਰਵਾਈ ਚੱਲੀ ਹੈ ਉਹਦੇ ਵਿੱਚ ਅੱਛਾ, ਫਿਰ ਇੱਕ ਪਾਰਲੀਮੈਂਟ ਦੇ ਅੰਦਰ ਜਿਹੜੀ ਬਹੁਤ ਗੱਲ ਨੋਟ ਕਰਨ ਵਾਲੀ ਹੈ, ਕਿਉਂਕਿ ਉਹ ਜਿਹੜਾ ਸਿੰਬਲ ਜਿਹਨੂੰ ਸੈਂਗੋਲ ਕਹਿੰਦੇ, ਇੱਕ ਛੜੀ ਹੈਗੀ ਹੈ, ਕੋਈ ਸੋਨੇ ਦਾ ਕਹਿੰਦਾ, ਕੋਈ ਕਹਿੰਦਾ ਸੋਨੇ ਦੀ ਪਲੇਟਡ ਆ, ਥੱਲਿਓਂ ਪਿੱਤਲ ਆ। ਵੈਸੇ ਲਿਖਣ ਵਿੱਚ ਤੇ ਇਹੋ ਹੀ ਆ ਕਿ ਥੱਲਿਓਂ ਪਿੱਤਲ ਹੈਗਾ, ਉੱਪਰ ਸੋਨੇ ਦੀ ਪਲੇਟਡ ਹੈਗੀ ਹੈ। ਤਾਂ ਉਸ ਦਾ ਉਹ ਪੋਲੀਟੀਕਲ ਸਿੰਬਲ ਵੀ ਹੈ ਚੋਲਾ ਡਾਇਨੇਸਟੀ ਦਾ, ਤੇ ਧਾਰਮਿਕ ਵੀ ਹੈਗਾ ਆ ਉੱਥੋਂ ਦਾ। ਜਿਹੜੇ ਤਾਂਹੀਏ ਤੇ ਉੱਥੋਂ ਦੇ ਜਿਹੜੇ ਪੰਡਿਤ ਪੁਰੋਹਿਤ ਇਹ ਆਏ ਸੀ ਇਹਨੂੰ ਦੇਣ ਲਈ ਕਿ ਹੁਣ ਸੱਤਾ ਪਰਿਵਰਤਨ ਹੋ ਰਿਹਾ। ਤੇ ਇਸ ਦਾ ਕੋਈ ਬਹੁਤਾ ਕਿਤੇ ਜ਼ਿਕਰ, ਵੈਸੇ ਚਰਚਾ ਇਹ ਚਲਾਈ ਸੀ ਕਿ ਸੱਤਾ ਪਰਿਵਰਤਨ ਜਦੋਂ ਵਾਇਸਰਾਏ ਵੱਲੋਂ ਨਹਿਰੂ ਨੂੰ ਹੋਇਆ ਤੇ ਉਦੋਂ ਉਹਨਾਂ ਨੇ ਦਿੱਤਾ, ਜਿਹੜੀ ਕਿ ਕਿਤੇੋਂ ਵੀ ਬਹੁਤਾ ਸਬੂਤ ਨਾ ਮਿਲਣ ਕਰਕੇ ਉਹ ਬਹੁਤਾ ਸੈਂਟਰਲ ਪੁਆਇੰਟ ਨਹੀਂ ਬਣ ਸਕੀ। ਹੁਣ ਉਸ ਨੂੰ ਤੁਸੀਂ ਇੱਕ ਹਿੰਦੂ ਡਾਇਨੇਸਟੀ ਦਾ ਤੁਸੀਂ ਕਹਿ ਲਓ, ਜਾਂ ਇੰਡੀਅਨ ਸਿਵਲਾਈਜੇਸ਼ਨ ਦਾ ਸਿੰਬਲ ਜਿਹੜਾ ਹਿੰਦੂ ਡਾਇਨੇਸਟੀ ਦਾ, ਤੇ ਨਾਲ ਇੱਕ ਮੰਦਿਰ ਦੇ ਪੁਜਾਰੀਆਂ ਦਾ, ਉਸ ਨੂੰ ਪਾਰਲੀਮੈਂਟ ਦੇ ਅੰਦਰ ਸਪੀਕਰ ਦੀ ਸੀਟ ਦੇ ਨੇੜੇ ਖੜਾ ਕਰ ਰਹੇ ਆ, ਔਰ ਪ੍ਰਧਾਨ ਮੰਤਰੀ, ਉਹ ਪੰਡਿਤ ਲੋਕ ਦੇ ਰਹੇ ਹੈ ਉਹਨਾਂ ਨੂੰ, ਪ੍ਰਧਾਨ ਮੰਤਰੀ ਨੂੰ, ਤੇ ਪ੍ਰਧਾਨ ਮੰਤਰੀ ਉਸ ਨੂੰ ਉੱਥੇ ਜਿਹੜਾ ਸੁਸ਼ੋਭਿਤ ਕਰ ਰਿਹਾ, ਜਾਣੀ ਉਹਨੂੰ ਪਲੇਸ ਕਰ ਰਹੇ, ਇੰਜ ਕਹਿ ਲਓ ਤੁਸੀਂ ਪੱਕੇ ਤੌਰ। ਇਹਦਾ ਅਰਥ ਕੀ ਹੈਗਾ? ਆਪਾਂ ਤੇ ਨਹੀਂ ਕਿਹਾ ਕਿ ਸਾਡਾ ਵੀ ਉੱਥੇ ਖੰਡਾ ਕਿਰਪਾਨ ਲੱਗਣੀ ਚਾਹੀਦੀ ਹੈ, ਕਿਉਂਕਿ ਸਾਡਾ ਵੀ ਤੇ ਮੀਰੀ ਪੀਰੀ ਦਾ ਹੈਗਾ ਆ। ਠੀਕ ਹੈ, ਸਾਡਾ ਵੀ ਤੇ ਇੱਕ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ। ਹੁਣ ਦੂਜੇ ਜਿਹੜੇ ਆ ਈਸਾਈ ਧਰਮ ਆ, ਉਹ ਵੀ ਕਹਿਣਗੇ ਕਿ ਫਿਰ ਸਾਡਾ ਵੀ ਲਾ ਦਿਓ ਜੀ, ਜੇ ਤੁਸੀਂ ਮੰਦਿਰ ਦਾ ਇੱਕ ਨਿਸ਼ਾਨ ਇੱਥੇ ਲਾਉਣਾ। ਇਹ ਗੱਲਾਂ ਬਰੀਕੀ ਚ ਨੋਟ ਕਰਨ ਵਾਲੀਆਂ ਕਿ ਇਨਡਾਇਰੈਕਟਲੀ ਇੱਕ ਜਿਹੜੀ ਸੈਕੂਲਰ ਪਾਰਲੀਮੈਂਟ ਆ ਉਸ ਨੂੰ ਹੌਲੀ ਹੌਲੀ ਕਦਮ ਬਾ ਕਦਮ ਕਿੱਧਰ ਨੂੰ ਲਿਜਾਇਆ ਜਾ ਰਿਹਾ। ਫਿਰ ਅੰਦਰ ਪ੍ਰਧਾਨ ਮੰਤਰੀ ਖੁਦ ਇਸ ਗੱਲ ਦਾ ਵੈਸੇ ਤੇ ਪਹਿਲਾਂ ਵੀ ਅਖਬਾਰਾਂ ਚ ਆ ਗਿਆ, ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਦੇਖੋ ਜੀ ਜਗ੍ਹਾ ਜਗ੍ਹਾ ਪੀਕੌਕ ਸਾਡਾ ਨੈਸ਼ਨਲ ਬਰਡ ਹੈ। ਫਿਰ ਉੱਥੇ ਲੋਟਸ ਦਾ ਵੀ ਕਿਤੇ ਸਿੰਬਲ ਚਿੰਨ੍ਹ ਸਾਰੇ ਜਿਹੜੇ ਆ ਕਿ ਉਹ ਸਾਡਾ ਨੈਸ਼ਨਲ ਫਲਾਵਰ। ਹੁਣ ਕਿਹੜਾ ਨਹੀਂ ਜਾਣਦਾ ਕਿ ਕੌਮੀ ਜਿਹੜਾ ਸਾਡਾ ਫੁੱਲ ਹੈਗਾ ਉਹ ਕੌਮੀ ਚੋਣ ਨਿਸ਼ਾਨ ਵੀ ਬੀਜੇਪੀ ਦਾ ਲੋਟਸ ਹੈਗਾ, ਕੌਣ ਨਹੀਂ ਜਾਣਦਾ। ਤੇ ਇਹਦਾ ਮਤਲਬ ਤੁਸੀਂ ਆ ਹੁਣ ਜਿਹੜੀ G20 ਹੋਣੀ ਸੀ ਉਹਦੇ ਚ ਵੀ ਕਮਲ ਖਿਲਾਤਾ। ਹੁਣ ਇਹ ਗੱਲਾਂ ਜਿਹੜੀਆਂ ਚੀਜ਼ੜੀਆਂ, ਹਾਲਾਂਕਿ ਉਹਦੀ ਵਿਰੋਧਤਾ ਉਦੋਂ ਹੋਈ ਸੀ ਵੀ ਇਹ ਕੀ ਕਰਦੇ ਤੁਸੀਂ, ਪਾਰਟੀ ਦਾ ਪ੍ਰਚਾਰ ਕਿਉਂ ਕਰ, ਇਹ ਜੀ ਨੈਸ਼ਨਲ ਫਲਾਵਰ ਆ, ਵੀ ਤੁਸੀਂ ਫਿਰ ਆਪਣਾ ਚੋਣ ਨਿਸ਼ਾਨ ਬਦਲ ਲਓ। ਅੱਗੇ ਤੁਹਾਡਾ ਦੀਵਾ ਹੁੰਦਾ ਸੀ, ਦੀਵੇ ਤੇ ਚਲੇ ਜਾਓ ਦੁਬਾਰਾ, ਇਹਨਾਂ ਕੋਈ ਤੀਰ ਕਮਾਨ ਲੈ ਲਓ, ਕੋਈ ਹੋਰ ਲੈ ਲਓ, ਬਥੇਰੇ ਆ ਸਾਡੇ ਕੋਲ, ਤੁਸੀਂ ਚੋਣ ਨਿਸ਼ਾਨ ਬਦਲ ਲਓ। ਕਿਉਂਕਿ ਇਹ ਤੇ ਨੈਸ਼ਨਲ, ਤੇ ਨੈਸ਼ਨਲ ਦਾ ਮਤਲਬ ਤੁਹਾਡਾ ਵੀ ਆ, ਮੇਰਾ ਵੀ ਆ, ਏ ਦਾ ਵੀ ਆ, ਬੀ ਦਾ ਵੀ ਆ, ਸੀ ਦਾ ਵੀ ਆ, ਸਾਊਥ ਦਾ ਵੀ ਆ, ਨਾਰਥ ਦਾ ਵੀ ਆ। ਤੁਸੀਂ ਉਸ ਤੇ ਕਬਜ਼ਾ ਕਿਉਂ ਕਰੀ ਬੈਠੇ ਆ ਬਈ? ਤੁਸੀਂ ਫਿਰ ਇਕੱਲੇ ਹੀ ਨੇਸ਼ਨ ਬਿਲਡਰ ਰਹਿ ਗਏ। ਇਹ ਗੱਲਾਂ ਬਰੀਕੀ ਚ ਉੱਥੇ ਦੀਆਂ ਸਾਰੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਸੀ, ਹਾਲਾਂਕਿ ਲਪੇਟ ਕੇ ਦੱਸੀਆਂ ਜਾ ਰਹੀਆਂ ਸੀ, ਉਹ ਸੀਗੀਆਂ। ਵੈਸੇ ਉਹਦੇ ਅੰਦਰ ਉੱਥੇ ਦੇਖੋ ਸਭਾ ਦੇ ਵਿੱਚ ਵਿਦੇਸ਼ਾਂ ਤੋਂ ਵੀ ਕੁਝ ਲੋਕ ਆਏ ਹੋਏ ਸੀ, ਔਰ ਉਹਦੇ ਚ ਜਿਹੜੇ ਪਹਿਲੇ ਸਾਡੇ ਰਾਸ਼ਟਰਪਤੀ ਆ ਕੋਵਿੰਦ, ਉਹ ਵੀ ਆਏ ਸੀ, ਪਹਿਲੇ ਸਪੀਕਰ ਮੈਡਮ ਉਹ ਵੀ ਆਏ ਹੋਏ ਸੀਗੇ, ਦੇਵ ਗੌੜਾ ਵੀ ਬੈਠੇ ਸੀਗੇ, ਸੁਖਬੀਰ ਸਿੰਘ ਬਾਦਲ ਵੀ ਉੱਥੇ ਸੀਗੇ। ਇਹ ਕਾਫੀ ਉੱਥੇ ਸਾਡੇ ਬੰਦੇ ਸੁਸ਼ੋਭਿਤ ਸੀਗੇ। ਇਧਰੋਂ ਉਧਰੋਂ ਪਹਿਲੇ ਹੋਰ ਸਰਕਾਰੀ ਅਫਸਰ, ਇੱਥੋਂ ਤੱਕ ਕਿ ਜਿਹੜਾ ਅਜੀਤ ਡੋਵਾਲ ਵੀ ਉੱਥੇ ਸੀਗੇ, ਤਾਂ ਹੋਰ ਡਿਫੈਂਸ ਫੋਰਸਿਸ ਦੇ ਮੈਂ ਕੁਝ ਬੰਦੇ ਬੈਠੇ ਦੇਖੇ। ਤੇ ਇਸ ਤਰੀਕੇ ਨਾਲ ਪੂਰੀ ਸਰਕਾਰ ਦਾ ਜਮਾਵੜਾ, ਕਈ ਚੀਫ ਮਿਨਿਸਟਰ, ਕਈ ਕੁਝ ਇਸ ਤਰੀਕੇ ਦੇ ਹੋਣਗੇ, ਕਿਉਂਕਿ ਉਹ ਦੂਰੋਂ ਕਾਫੀ ਫੋਕਸ ਕਲੀਅਰ ਨਜ਼ਰ ਨਹੀਂ ਸੀ ਆਉਂਦਾ ਉਹਦੇ ਚ। ਜੇ ਕੋਈ ਨਹੀਂ ਸੀ ਤੇ ਜਿਹੜੀਆਂ ਵਿਰੋਧੀ ਮੁੱਖ ਪਾਰਟੀਆਂ ਸਾਰੀਆਂ ਹੀ ਉਹ ਨਹੀਂ ਸੀ, ਜਿਹਦੇ ਕਰਕੇ ਓਵਰਆਲ ਜਿਹੜਾ ਮਾਹੌਲ ਅੰਦਰ ਬੜਾ ਸੀਰੀਅਸ, ਸੰਜੀਦਾ, ਖੁਸ਼ੀ ਵਾਲਾ ਮਾਹੌਲ ਨਹੀਂ ਸੀ। ਚਿਹਰਿਆਂ ਤੇ ਕਿਸੇ ਦੇ ਰੌਣਕ ਨਹੀਂ ਸੀ, ਚਿੰਤਾ ਜਾਂ ਥੱਲੇ ਨੂੰ ਮੂੰਹ ਸੁੱਟੇ ਹੋਏ ਸੀ। ਹਾਂ, ਪ੍ਰਧਾਨ ਮੰਤਰੀ
ਕਿਉਂਕਿ ਉੱਚੀ ਜਗ੍ਹਾ ਤੇ ਆਪਣਾ ਭਾਸ਼ਣ ਦੇ ਰਹੇ ਸੀਗੇ, ਸੁਨੇਹਾ ਦੇ ਰਹੇ ਸੀ, ਸਾਰਿਆਂ ਵੱਲ ਉਹਨਾਂ ਦੀ ਨਿਗਾਹ ਸੀ ਤੇ ਉਹਨਾਂ ਨੂੰ ਤਾੜੀਆਂ ਮਾਰ-ਮਾਰ ਕੇ ਬਾਰ-ਬਾਰ ਜ਼ਰੂਰ ਖੁਸ਼ ਕਰਦੇ ਸੀ। ਭਾਰਤ ਮਾਤਾ ਦੀ ਜੈ ਵੀ ਗੂੰਜੀ ਉੱਥੇ। ਹੁਣ ਭਾਰਤ ਮਾਤਾ ਦੀ ਜੈ ਮੁਸਲਮਾਨ ਤੇ ਨਹੀਂ ਕਹਿੰਦੇ। ਇਸੇ ਤਰੀਕੇ ਨਾਲ ਮੋਦੀ ਮੋਦੀ ਇਹ ਤਰਜ ਵੀ ਉੱਥੇ ਚੱਲੀ ਅੰਦਰ ਕਈਆਂ ਨੇ। ਫਿਰ ਮੋਦੀ ਨੇ ਕਿਹਾ ਬਸ ਕਰੋ ਹੁਣ ਵੀ ਬਥੇਰਾ ਹੋ ਗਿਆ। ਇਹ ਵੀ ਮੈਨੂੰ ਇੱਕ ਗੱਲ ਸਮਝ ਨਹੀਂ ਸੁਖਵਿੰਦਰ ਜੀ ਆਉਂਦੀ, ਤੁਸੀਂ ਬੈਠੇ ਹੋ ਤੇ 10 ਮੁੰਡੇ ਨਿਆਣੇ ਆਉਣ ਤੁਹਾਨੂੰ ਕਹਿਣ ਸੁਖਵਿੰਦਰ ਸੁਖਵਿੰਦਰ, ਤੁਹਾਨੂੰ ਚੰਗਾ ਲੱਗੂਗਾ? ਤੁਸੀਂ ਕਹੋਗੇ ਰੌਲਾ ਕਿਉਂ ਪਾਉਨੇ ਯਾਰ, ਸੁਖਵਿੰਦਰ ਨੂੰ ਕੀ ਹੋਇਆ ਹੈ? ਕੋਈ ਭੂਤ ਚੰਬੜਿਆ, ਤੁਸੀਂ ਸਾਰਾ ਰੌਲਾ ਪਾਉਣ ਲੱਗ ਗਏ। ਇਹ ਬੰਦੇ ਕਿਉਂ ਖੁਸ਼ ਹੁੰਦੇ ਆ ਯਾਰ, ਮੈਨੂੰ ਸਮਝ ਨਹੀਂ ਆਉਂਦੀ। ਤੁਸੀਂ ਆਪਣੇ ਹੀ ਗੁਣ ਗਾਇਨ ਕਰਕੇ ਕਿਹੜੀ ਸਾਈਕੋਲੋਜੀ, ਮੈਨੂੰ ਲੱਗਦਾ ਕਈ ਵਾਰੀ ਬੜਾ ਡਾਊਟ ਹੁੰਦਾ ਕਿ ਇਹ ਕਿਸ ਕਿਸਮ ਦਾ ਨਾਰਸਿਜ਼ਮ ਹੈਗਾ ਆ ਕਿ ਆਪਣੇ ਆਪ ਨੂੰ 24 ਘੰਟੇ ਦੇਖਣਾ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ। ਇਹ ਇੱਕ ਅਜੀਬ ਪਰਿਸਥਿਤੀ ਜਿਹੀ ਹੈਗੀ ਹੈ। ਪਰ ਕਿਉਂਕਿ ਪ੍ਰਧਾਨ ਮੰਤਰੀ ਦੇ ਕੰਨਾਂ ਨੂੰ ਇਸ ਦਾ ਕਾਫੀ ਸੰਗੀਤਮਕ ਲੱਗਦਾ ਆ, ਬੜਾ ਮਿੱਠੀ ਮਧੁਰ ਸੁਰ ਲੱਗਦੀ ਆ ਮੋਦੀ ਮੋਦੀ ਜਦੋਂ ਲੋਕ ਤਰਜ ਵਿੱਚ ਕਹਿੰਦੇ ਆ, ਤਾਂ ਉੱਥੇ ਉਹਦਾ ਗੁਣ ਗਾਇਨ ਵੀ ਹੋਇਆ। ਇਹ ਤੇ ਜ਼ਰੂਰੀ ਵੀ ਸੀ, ਉਹਦੋਂ ਬਗੈਰ ਤੇ ਸਾਰੀ ਕਾਰਵਾਈ ਪੂਰੀ ਨਹੀਂ ਸੀ ਹੋਣੀ। ਉਦੋਂ ਅੱਗੇ ਜਿਹੜੀਆਂ ਬਾਕੀ ਕਿ ਅਸੀਂ ਆਹ ਕੀਤਾ ਟਾਇਲਟ ਦੀਆਂ ਗੱਲਾਂ ਨਹੀਂ ਹੋਈਆਂ, ਪਰ ਕੁਛ ਕਿ ਇੰਨੇ ਅਸੀਂ ਆਹ ਕੀਤਾ, ਹੋਰ ਪਾਣੀ ਸੜਕਾਂ 4 ਲੱਖ ਕਿਲੋਮੀਟਰ ਸੜਕ ਬਣਾਤੀ, ਪਾਣੀ ਦਾ ਦੇਤਾ, ਤਲਾਬ 30,000 ਅਸੀਂ ਬਣਾਤੇ ਪਾਣੀ ਦਾ। ਫਿਰ ਉਧਰ ਨੂੰ ਰੁਕ ਗਏ, ਚੰਗਾ ਹੋਇਆ, ਨਹੀਂ ਤੇ ਬੜਾ ਲੰਬਾ ਭਾਸ਼ਣ ਹੋ ਜਾਣਾ ਸੀ, ਕਿਉਂਕਿ ਉਹ ਤੇ ਅੱਧਾ ਘੰਟਾ ਆਪਣੀਆਂ ਪ੍ਰਾਪਤੀਆਂ ਗਿਣਾਉਣ ਤੇ ਲੱਗ ਸਕਦਾ ਸੀ। ਉਧਰੋਂ ਮੋੜਾ ਕੱਟ ਕੇ ਮੈਂ ਜਿਹੜੀ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ, ਉਹ ਨੋਟ ਕਰਨ ਵਾਲੀ ਆ। ਇੱਕ ਤੇ ਧਾਰਮਿਕ ਉੱਥੇ ਸਾਰਾ ਜਿਹੜਾ ਇੱਕ ਕਿਸਮ ਦੇ ਧਰਮ ਦਾ ਸਾਰੀ ਹੱਦ ਤੱਕ ਪਹੁੰਚਾਈ। ਰਾਜਨੀਤਿਕ ਲਾਹਾ ਜਿਵੇਂ ਮੈਂ ਲੋਟਸ ਦਾ ਕਿਹਾ ਉਸ ਨੂੰ ਉਸ ਬਿਲਡਿੰਗ ਦੇ ਵਿੱਚ, ਤਾਂ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਥੋੜਾ ਜਿਹਾ ਚਿੜ ਹੋਵੇ ਉਹਨਾਂ ਨੂੰ ਵੀ ਅਸੀਂ ਹੁਣ ਇਹ ਬੀਜੇਪੀ ਦੇ ਲੋਟਸ ਦੀ ਸ਼ੈਡੋ 'ਚ ਕਿਵੇਂ ਬੈਠਾਂਗੇ, ਇਸ ਕਿਸਮ ਦੀ ਵੀ ਗੱਲ। ਤੇ ਤੀਜੀ ਗੱਲ, ਸਾਰੀ ਕਾਰਵਾਈ A to Z ਚੇਸਟ ਹਿੰਦੀ ਦੇ ਵਿੱਚ ਹੋਈ। ਉੱਥੇ ਸਾਊਥ ਇੰਡੀਅਨ ਵੀ ਆ, ਉੱਥੇ ਨਾਰਥ ਇੰਡੀਅਨ ਵੀ ਆ, ਉੱਥੇ ਹੋਰ ਵੀ ਆ, ਪੰਜਾਬੀ ਵੀ ਆ, ਸੁਖਬੀਰ ਬਾਦਲ ਜੀ ਵੀ ਬੈਠੇ ਸੀ। ਭਈ ਇੱਥੇ ਕਿੰਨੀਆਂ ਭਾਸ਼ਾ ਹੈਗੀਆਂ ਜਿਹੜੀਆਂ ਸਾਰੀਆਂ ਬਰਾਬਰ ਦੀ ਮਹੱਤਤਾ ਦਾ ਦਰਜਾ ਰੱਖਦੀਆਂ। ਤੁਸੀਂ ਜੇ ਹੋਰ ਕੁਝ ਨਹੀਂ ਕਰਨਾ, ਕਿਉਂਕਿ ਇਹ ਸੰਵਿਧਾਨ ਨੇ ਕਿਹਾ ਕਿ ਘੱਟੋ ਘੱਟ 2 ਭਾਸ਼ਾ ਤੇ ਰੱਖੇ ਹੀ ਲਓ। ਇੱਕ ਭਾਸ਼ਾ ਤੁਸੀਂ ਜਦੋਂ ਐਡਾ ਵੱਡਾ ਕੰਮ ਹੋਣਾ, ਜਦੋਂ ਅਸੀਂ ਸਾਰੇ ਸਮੁੱਚੇ ਦੇਸ਼ ਨੂੰ ਸੰਬੋਧਨ ਕਰ ਰਹੇ ਹਾਂ, ਸਾਰੇ ਸਮੁੱਚੇ ਦੇਸ਼ ਦੀ ਪੰਚਾਇਤ ਬਣਾਈ ਹੈ, ਤਾਂ ਤੁਸੀਂ ਕਿਉਂ ਨਹੀਂ ਕਰਦੇ ਕਿ ਘੱਟੋ ਘੱਟ ਇਹ ਜਿਹੜੀ ਜਿਸਟ ਹੈ, ਬਹੁਤ ਨਹੀਂ ਤੇ ਜਿਹੜੀ ਜਿਸਟ ਹੈ ਉਹਨੂੰ ਅੰਗਰੇਜ਼ੀ ਚ ਨਾਲ ਕਹਿ ਦਿਓ। ਤੁਹਾਡੇ ਕੋਲ ਕੋਈ ਅੰਗਰੇਜ਼ੀ ਬੋਲਣ ਵਾਲੇ ਬੰਦੇ ਨਹੀਂ ਆ, ਬਥੇਰੇ IAS ਹੈਗੇ। ਉਹ ਨਹੀਂ ਹੋਇਆ। ਇਹਦਾ ਮਤਲਬ ਕਿ ਜਿਹੜੇ ਵਿਦੇਸ਼ਾਂ ਤੋਂ ਆਏ ਹੋਏ ਸੀਗੇ ਉਹ ਵੀ ਵਿਚਾਰੇ ਦੇਖੀ ਜਾਣ, ਕਈ ਸੌਂ ਜਾਣ, ਕਈ ਵਾਸੀਆਂ ਲਈ ਜਾਣ, ਕਈ ਸਿਰ ਖੁਰਕ ਕਰੀ ਜਾਣ, ਯਾਰ ਬੱਸ ਵੀ ਕਰੋ ਹੁਣ। ਇਹ ਕਿਉਂਕਿ ਬਹੁਤ ਸਾਰੇ ਬੰਦੇ, ਹੁਣ ਜ਼ਰੂਰੀ ਨਹੀਂ ਨਾ ਮੇਰੀ ਮਦਰ ਟੰਗ ਆ ਤੇ ਉਹ ਆ। ਜਿਹੜੀ ਇੱਕ ਗੱਲ ਹੋਰ ਮੈਂ ਨੋਟ ਕੀਤੀ ਉੱਥੇ ਕਿ ਭਖਵੇਂ ਕਰਨ ਦਾ ਸ਼ੁਰੂ ਕਰਨਾ, ਕਈਆਂ ਨੇ ਤੇ ਬਸੰਤੀ ਰੰਗ ਦੇ ਪਾਏ ਸੀ, ਕਈਆਂ ਨੇ ਕੁਝ ਨੀਲੇ ਵੀ ਮੈਨੂੰ ਦਿਖੇ, ਪਰ ਜ਼ਿਆਦਾ ਭਖਵੇਂ ਕਰਨ ਦੇ ਇੱਕ ਕਿ ਤਾਂ ਕਿ ਅਸੀਂ, ਕਿਉਂਕਿ ਇੱਕ ਹੁਣ ਭਖਵੇਂ ਕਰਨ ਦੀ ਸ਼ੁਰੂਆਤ ਬੁਨਿਆਦ ਆਪਣੀ ਕਿਸਮ ਦੀ ਆਪਣੇ ਸਿੰਬਲਸ ਦੇ ਨਾਲ ਰੱਖ ਰਹੇ ਆ, ਤਾਂ ਕੁਦਰਤੀ ਆ ਕੱਪੜੇ ਵੀ ਫਿਰ ਉਹਦਾ ਵੀ ਉੱਥੇ ਤਰੌਂਕਾ ਸਾਨੂੰ ਦੇਖਣ ਨੂੰ ਮਿਲਿਆ। ਹਾਲਾਂਕਿ ਲਾਰਜਲੀ ਜੋ ਪੋਲੀਟੀਸ਼ੀਅਨਾਂ ਦੇ ਕੱਪੜੇ ਹੁੰਦੇ ਚਿੱਟੇ ਉਹੋ ਹੀ ਸੀਗੇ, ਪਰ ਉਹ ਤਰੌਂਕਾ ਜਿਵੇਂ ਤੜਕਾ ਭਖਵੇਂ ਕਰਨ ਦਾ, ਤੇ ਕਈਆਂ ਨੇ ਭਖਵੇਂ ਦੀ ਜਗ੍ਹਾ ਥੋੜਾ ਬਸੰਤੀ ਰੰਗ ਦਾ, ਉਹ ਵੀ ਐਨ ਸਾਫ, ਕਿਉਂਕਿ ਉਹ ਰੰਗ ਦੂਰੋਂ ਦਿਖਦਾ ਕੈਮਰਿਆਂ 'ਚ, ਸਾਰੇ ਹਾਲ 'ਚ ਬੈਠਾ ਉਹ ਸੀਗਾ। ਤੇ ਮੈਂ ਲਾਸਟ ਗੱਲ ਕਹਿ ਦਿਆਂ ਕਿ ਇਹਦੀਆਂ 888 ਸੀਟਾਂ ਆ, ਜਦ ਕਿ ਪਹਿਲੇ ਦੀਆਂ 545 ਸੀਟਾਂ। ਪਹਿਲਾਂ 147 ਜਾਂ 45 ਨਾਲ ਹੀ ਸ਼ੁਰੂ ਹੋਇਆ ਸੀ ਉਹ ਪਾਰਲੀਮੈਂਟ, ਫਿਰ ਉਹਨੂੰ ਕਿਉਂਕਿ ਨਵੇਂ ਆਜ਼ਾਦੀ ਤੋਂ ਬਾਅਦ ਜ਼ਿਆਦਾ ਲੋਕ ਆ ਗਏ, ਫਿਰ ਉਹਨੂੰ ਐਕਸਟੈਂਡ ਕੀਤਾ ਗਿਆ ਸੀ। ਤੇ ਤਰਕੇ ਦਿੱਤਾ ਜਾ ਰਿਹਾ ਕਿ 15-20 ਸਾਲਾਂ ਤੋਂ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਨਵਾਂ ਪਾਰਲੀਮੈਂਟ ਹਾਊਸ ਹੋਣਾ ਚਾਹੀਦਾ, ਤੇ ਮੋਦੀ ਜੀ ਨੇ ਹਿੰਮਤ ਕਰਕੇ ਜੁਰਤ ਦਿਖਾਈ ਤੇ ਉਹ ਪਾਰਲੀਮੈਂਟ ਹਾਊਸ ਬਣਾਇਆ। ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ, ਜਨਸੰਖਿਆ ਜ਼ਿਆਦਾ ਹੈਗੀ, ਉੱਥੇ ਪਾਰਲੀਮੈਂਟ ਦੀਆਂ ਸੀਟਾਂ ਵੀ ਹੋਰ ਕ੍ਰੀਏਟ ਹੋਣਗੀਆਂ, ਤੇ ਹੋ ਸਕਦਾ ਇਹ ਹਾਊਸ ਜਿਹੜਾ 650 ਤੱਕ ਜਾਂ 600 ਤੱਕ ਤੇ ਘੱਟੋ ਘੱਟ ਪਹੁੰਚ ਹੀ ਜਾਏ, 600 650 ਤੱਕ। ਇਹੋ ਜਿਹੀਆਂ ਕੋਈ ਚਰਚਾਵਾਂ ਜਾਂ ਉਮੀਦਾਂ ਵੀ ਉਹਨਾਂ ਭਾਸ਼ਣਾਂ ਚੋਂ ਹੀ ਤੁਹਾਨੂੰ ਲਾਈਆਂ ਜਾ ਸਕਦੀਆਂ। ਇੱਕ ਲਾਸਟ ਗੱਲ ਸੱਚ ਮੈਂ ਜਿਹੜੀ ਭੁੱਲ ਗਿਆ, ਜਿਹੜੀ ਬਹੁਤ ਅਹਿਮ ਸੀ, ਉਹ ਸੀ ਪ੍ਰੈਜ਼ੀਡੈਂਟ
ਤੇ ਵਾਈਸ ਪ੍ਰੈਜ਼ੀਡੈਂਟ। ਜਿਹੜੇ ਵਾਈਸ ਪ੍ਰੈਜ਼ੀਡੈਂਟ ਧਨਖੜ ਹੈਗੇ, ਉਹ ਤੇ ਜਗਦੀਪ ਧਨਖੜ ਹੁਣੀ ਨਹੀਂ ਆ ਸਕੇ। ਉਹਨਾਂ ਨੇ ਆਪਣਾ ਮੈਸੇਜ ਭੇਜਿਆ ਕਿ ਮੇਰੀ ਸਿਹਤ ਠੀਕ ਨਹੀਂ ਹੈ। ਅੱਜ ਦੀ ਤਰੀਕ 'ਚ ਉਹਨਾਂ ਦਾ ਮੈਸੇਜ, ਲਿਖਤੀ ਮੈਸੇਜ ਪੜ੍ਹਿਆ ਗਿਆ। ਉਹ ਹਰਵੰਸ਼ ਜੀ ਜਿਹੜੇ ਡਿਪਟੀ ਚੇਅਰਮੈਨ ਹੈ ਰਾਜ ਸਭਾ ਦੇ, ਉਹਨਾਂ ਨੇ ਪੜ੍ਹਿਆ। ਪਰ ਜਿਹੜਾ ਦੂਸਰਾ ਸੀਗਾ ਪ੍ਰੈਜ਼ੀਡੈਂਟ, ਹੱਦ ਹੋ ਗਈ ਯਾਰ। ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਨਿੱਜੀ ਤੌਰ ਤੇ ਲੱਗ ਰਿਹਾ ਸੀਗਾ ਕਿ ਯਾਰ ਵਿਦੇਸ਼ਾਂ ਤੋਂ ਲੋਕ ਆਏ ਆ, ਉੱਥੇ ਕਾਰਪੋਰੇਟਾਂ ਦੇ ਨੁਮਾਇੰਦੇ ਆਏ ਆ, ਡਿਫੈਂਸ ਦੇ ਆਏ ਹੋਏ ਆ, ਅਜੀਤ ਡੋਵਾਲ ਕਰਕੇ ਵਰਗੇ ਬੰਦੇ, ਹੋਰ ਜਾਣੀ ਜਿਹੜੇ ਪ੍ਰੋਮੀਨੈਂਟ ਸਾਰੇ ਦੇਸ਼ ਦੇ ਬਿਊਰੋਕਰੈਟ ਹੋਰ ਸਾਰੇ ਆਏ ਹੋਏ ਆ। ਔਰ ਆਉਣਾ ਵੀ ਚਾਹੀਦਾ, ਸਾਰਿਆਂ ਲਈ ਖੁਸ਼ੀ ਦਾ ਮੌਕਾ ਆ, ਚੰਗੀ ਗੱਲ ਆ। ਸਾਰਿਆਂ ਦਾ ਦੇਸ਼ ਸਾਂਝਾ। ਇੱਕ ਰਾਸ਼ਟਰਪਤੀ ਨਾਲ ਉਹਨੂੰ ਬੁਲਾਇਆ ਨਾ ਜਾਵੇ, ਜਾਂ ਉਹ ਰੋਸ ਵਜੋਂ ਨਹੀਂ ਆਇਆ, ਜਾਂ ਬੁਲਾਇਆ ਹੀ ਨਹੀਂ ਬਿਲਕੁਲ। ਉਹਨਾਂ ਨੇ ਵੀ ਆਪਣਾ ਲਿਖਤੀ ਮੈਸੇਜ ਫਾਰਮਲ ਬੜਾ ਚੰਗਾ ਆ ਇਹ ਉਹ ਕਰਕੇ ਭੇਜ ਦਿੱਤਾ। ਤੇ ਦੇਖੋ ਹੁਣ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇੱਕ ਰਵਾਇਤ ਦੀ, ਟ੍ਰੈਡੀਸ਼ਨ ਦੀ ਔਰ ਆਪਣੇ ਸਿਵਲਾਈਜੇਸ਼ਨ ਦੀ ਔਰ ਇੱਕ ਜਿਹੜੀ ਮਾਡਰਨਟੀ ਆ ਉਹਦੇ ਸਮੇਲ ਦਾ ਇਹ ਸਿੰਬਲ ਨਵੀਂ ਪਾਰਲੀਮੈਂਟ ਹੈ, ਇਹ ਕਹਿ ਕੇ ਤੇ ਫਿਰ ਉਹ ਹੱਥ ਜੋੜ ਕੇ ਸਾਰਿਆਂ ਨੂੰ ਨਮਸਕਾਰ ਕਹਿ ਕੇ ਆਪਣੇ ਘਰ ਚਲੇ ਗਏ। ਹਾਂਜੀ ਜੀ ਬਿਲਕੁਲ। ਇਸ ਤੋਂ ਅੱਗੇ ਚਰਚਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ ਕਿ ਸਿੰਗੋਲ ਦੇ ਅਰਥ ਕੀ ਨੇ, ਜਾਂ ਜਿਵੇਂ ਤੁਸੀਂ ਥੋੜਾ ਬਹੁਤਾ ਇਸ਼ਾਰਾ ਦਿੱਤਾ ਕਿ ਕੀ ਇਹ ਨਵੀਂ ਸੰਸਦ ਭਵਨ ਦਾ ਮਤਲਬ ਇਹ ਸਮਝਿਆ ਜਾਵੇ ਕਿ ਹਿੰਦੂ ਰਾਸ਼ਟਰ ਦੀ ਨੀਂਹ ਰੱਖ ਦਿੱਤੀ ਹੈ। 2024 ਦੀਆਂ ਚੋਣਾਂ ਸਿਰ ਦੇ ਉੱਤੇ ਨੇ, ਜਿਸ ਤਰੀਕੇ ਦਾ ਉੱਥੇ ਜੋ ਕੁਝ ਪੇਸ਼ ਕੀਤਾ ਗਿਆ। ਨਾਲੋਂ ਨਾਲ ਖਬਰਾਂ ਕੁਝ ਪ੍ਰੋਫੈਸਰ ਬਹੁਤ ਅਹਿਮ ਨੇ ਜਿਹੜੀਆਂ ਮਤਲਬ ਕਿ ਇਹਦੇ ਵਿਚਾਲੇ ਜੋ ਅਸੀਂ ਅਖਬਾਰਾਂ ਦੇ ਵਿੱਚ ਦੇਖ ਸੁਣ ਰਹੇ ਹਾਂ। ਇੱਕ ਤਾਂ ਇਹ ਆ ਕਿ ਜਿਨ੍ਹਾਂ ਨੇ ਸਾਰੇ ਜਹਾਂ ਸੇ ਅੱਛਾ, ਅਸੀਂ ਬਚਪਨ ਤੋਂ ਪੜ੍ਹਦੇ ਆਏ ਆ ਹਿੰਦੂ ਸਿਤਾ ਹਮਾਰਾ, ਉਹ ਕਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਸੀਗੇ। ਉਹਨਾਂ ਦਾ ਨਾਮ ਸੀਗਾ ਇਕਬਾਲ, ਮੁਹੰਮਦ ਇਕਬਾਲ। ਮੁਹੰਮਦ ਇਕਬਾਲ ਹਾਂਜੀ, ਤੇ ਪਾਕਿਸਤਾਨ ਉਹਦੇ ਕੀ ਉਦੋਂ ਤੇ ਭਾਰਤੀ ਸੀਗਾ। ਹਾਂਜੀ 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 ਹਾਂਜੀ, ਮਤਲਬ ਕਿ ਬਾਅਦ ਦੇ ਵਿੱਚ ਤਾਂ ਚਲੋ ਪਾਕਿਸਤਾਨ ਦੇ ਵਿੱਚ ਜਿਵੇਂ ਵੀ ਇਹਨਾਂ ਨੇ ਕਿਹਾ ਕਿ ਉਹ ਪਾਕਿਸਤਾਨ ਮੰਗਣ ਦੇ ਵਿੱਚ ਮੋਹਰੀ ਸੀਗੇ, ਜਾਂ ਉਹਨਾਂ ਦੀ ਇੱਛਾ ਸੀਗੀ ਜਿਵੇਂ ਵੀ। ਉਹ ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਉਹਦੇ ਵਿੱਚ ਉਹਨਾਂ ਦਾ ਅਧਿਆਇ ਜਿਹੜਾ ਹਟਾਉਣ ਬਾਰੇ ਮਤਾ ਪਾਸ ਕੀਤਾ। ਉਹ ਕਹਿੰਦੇ ਗਾਂਹ ਜਾ ਕੇ ਪੜਾਵਾਂਗੇ, ਗਾਂਧੀ ਜੀ ਵਾਲਾ ਪਹਿਲਾਂ ਪੜਾਵਾਂਗੇ। ਇਸ ਤਰ੍ਹਾਂ ਦੀ ਗੱਲ ਹੋਈ ਹੈ। ਮੈਂ ਪੜ੍ਹ ਰਿਹਾ ਸੀਗਾ ਕਿ ਆਕਾਸ਼ਬਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਬੁਲੇਟਿਨ ਜਿਹੜਾ ਉਹ ਹਟਾਉਣ ਦੀ ਕਾਰਵਾਈ ਜਿਹੜੀ ਕੀਤੀ ਹੈ, ਉਹਨੂੰ ਲੈ ਕੇ ਵੀ ਰੋਸ ਆ ਰਿਹਾ। ਅਨੇਕਤਾ ਚ ਏਕਤਾ ਦੀ ਜਦੋਂ ਗੱਲ ਆਉਂਦੀ ਹੈ, ਫਿਰ ਉਧਰੋਂ ਸ਼ਿਵ ਸੈਨਾ ਵਾਲੇ ਜਾਂ ਵਿਰੋਧੀ ਪਾਰਟੀਆਂ ਗੱਲ ਕਹਿੰਦੀਆਂ ਕਿ ਬੀਜੇਪੀ ਜਿਹਦੇ ਮਗਰ ਵੀ ਲੱਗਦੀ ਹੈ ਜਾਂ ਜਿਹਦੇ ਨਾਲ ਵੀ ਜੁੜਦੀ ਹੈ, ਇਹ ਮਗਰਮੱਛ ਤੇ ਅਗਰ ਅਜਗਰ ਵਾਲਾ ਵਿਹਾਰ ਕਿ ਉਹਨੂੰ ਨਾਲ ਹੀ ਨਿਗਲ ਜਾਂਦੇ ਨੇ ਆਪਣੇ। ਤੇ ਜਿਹੜਾ ਚਾਈਨਾ ਦਾ ਪ੍ਰੈਸ਼ਰ ਲਗਾਤਾਰ ਬਣਦਾ ਜਾ ਰਿਹਾ, ਵਿਦੇਸ਼ ਮੰਤਰੀ ਵੀ ਕਹਿੰਦੇ ਨੇ ਕਿ ਗੁੰਝਲਦਾਰ ਸਥਿਤੀ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਨੇ ਕਿ ਤੁਸੀਂ ਜਦੋਂ ਧਰਮ ਨਿਰਪੱਖਤਾ ਦੇ ਮੁੱਦੇ ਤੇ ਆਉਣਾ ਜਾਂ ਫਿਰ ਤੁਸੀਂ ਰਾਜਾਂ ਦੇ ਅਧਿਕਾਰਾਂ ਦੇ ਮੁੱਦੇ ਤੇ ਆਉਣਾ, ਤਾਂ ਫਿਰ ਇਸ ਨਵੀਂ ਸੰਸਦ ਦੀ ਉਹਦੇ ਵਿੱਚ ਮਹੱਤਤਾ ਕਿਸ ਤਰ੍ਹਾਂ ਦੇਖੀ ਜਾਂਦੀ ਹੈ, ਜਾਂ ਤੁਹਾਡੇ ਭਾਸ਼ਣ ਦੀ ਮਹੱਤਤਾ ਕਿਸ ਤਰ੍ਹਾਂ ਦੇਖੀ ਜਾਂਦੀ ਹੈ ਜਦੋਂ ਵਿਰੋਧੀ ਬਾਈਕਾਟ ਕਰ ਜਾਂਦੇ ਨੇ? ਤਾਂ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਜਦੋਂ ਅਖਬਾਰਾਂ ਦੇ ਵਿੱਚ ਉਹ ਚੀਜ਼ ਆਏਗੀ ਕਿ ਇਹਨਾਂ ਦਾ ਦਿਖਾਣ ਨੂੰ ਹੋਰ ਤੇ ਖਾਣ ਨੂੰ ਹੋਰ, ਇਹ ਕਿਉਂ ਹੈ? ਇਹ ਕਿਉਂਕਿ ਇਹ ਹੈ ਹੀ ਰਾਜਨੀਤੀ ਹੋਈ ਹੋ ਗਈ ਹੈ। ਰਾਜਨੀਤੀ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਕਾਮਯਾਬ ਹੈ ਜਿਹੜਾ ਮਿੱਟੀ ਨੂੰ ਸੋਨਾ ਬਣਾ ਕੇ ਵੇਚਦੇ, ਉਹ ਸਭ ਤੋਂ ਜ਼ਿਆਦਾ ਕਾਮਯਾਬ ਹੈ। ਜਿਹੜਾ ਪਿੱਤਲ ਨੂੰ ਵਿਚਾ ਥੋੜਾ ਜਿਹਾ ਉਦੋਂ ਘਟਿਆ, ਜਿਹੜਾ ਚਾਂਦੀ ਨੂੰ ਬਣਾ ਦੇ ਸੋਨਾ ਉਹ ਥੋੜਾ ਜਿਹਾ ਹੋਰ ਘਟਿਆ। ਬਸ ਇਹ ਆ ਵੀ ਤੁਹਾਡੇ 'ਚ ਇਹ ਕਲਾ ਤੇ ਹੋਣੀ ਚਾਹੀਦੀ ਹੈ ਕਿ ਤੁਸੀਂ ਝੂਠ ਕਿੰਨਾ, ਗੱਪ ਕਿੱਡੀ ਵੱਡੀ ਰੇੜ ਸਕਦੇ ਆ, ਤੇ ਗੱਪ ਜਿਹੜੀ ਸੱਚ ਲੱਗੇ। ਕੰਡੀਸ਼ਨ ਇਹ ਆ, ਜੇ ਗੱਪ ਲੱਗੇਗੀ ਫਿਰ ਤੇ ਤੁਸੀਂ ਫੇਲ ਆ। ਇਹ ਕਲਾਕਾਰੀ ਸਾਡੇ ਸਾਰੇ ਵੱਡੇ ਨੈਸ਼ਨਲ ਲੀਡਰਾਂ 'ਚ ਆ। ਪ੍ਰਧਾਨ ਮੰਤਰੀ ਵੀ ਮੋਹਰੀ ਆ ਇਸ ਕਿਸਮ ਦੀ ਸਾਰੀ ਗੱਲ ਦੀ। ਹਵਾ ਬੰਨ ਕੇ ਗੁੱਡਾ ਇਹੋ ਜਿਹਾ ਚੜਾਉਂਦੇ ਆ ਕਿ ਕਾਫੀ ਲੋਕੀ ਉਹਨਾਂ ਦੇ ਤਾਲੀ ਵੀ ਮਾਰਦੇ ਆ ਤੇ ਉਹਨਾਂ ਦਾ ਗੁਣ ਗਾਇਨ ਵੀ ਕਰਦੇ ਆ। ਮੋਦੀ ਮੋਦੀ ਵੀ ਕਹਿੰਦੇ ਆ, ਸਿਰ ਚੜ ਕੇ ਬੋਲਦਾ ਜਿਹਨੂੰ ਕਹਿੰਦੇ ਆ। ਇੱਥੋਂ ਤੱਕ ਗੱਲ ਆ, ਮੈਂ ਖੁਦ ਪੜ੍ਹ ਕੇ ਮੈਨੂੰ ਸ਼ੌਕ ਲੱਗਾ ਕਿ ਕੀ ਇਹ ਉੱਥੇ ਲਿਖਤੀ ਤੌਰ ਤੇ ਸੁਖਬੀਰ ਬਾਦਲ ਹੋਣੀ ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਦੇ ਕੇ ਆਉਣਗੇ ਕਿ ਇਹ ਧੱਕਾ ਸਾਡੇ ਨਾਲ ਕਿਉਂ ਕੀਤਾ ਜਾ ਰਿਹਾ। ਹਾਲਾਂਕਿ ਚਿਹਰੇ ਤੇ ਸਾਰਿਆਂ ਦੇ ਡਾਊਨ ਸੀ। ਸੁਖਬੀਰ ਬਾਦਲ ਉਹਨਾਂ ਦੇ ਬੈਠੇ ਸੀ ਮਜਬੂਰੀ, ਬਸ ਰਾਜਨੀਤਿਕ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ, ਵਾਰ-ਵਾਰ ਦਿਖਾ ਰਹੇ ਸੀ ਉਹਨਾਂ ਦਾ ਚਿਹਰਾ ਵੀ। ਪਰ ਇੱਕ ਪੰਜਾਬੀ ਦਾ ਬਹੁਤ ਵੱਡਾ, ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬੀ ਸੂਬਾ ਲਿਆ ਉਹਨਾਂ ਨੇ। ਤੇ ਜੇ ਤੁਹਾਨੂੰ ਇੰਨਾ ਦੁੱਖ ਲੱਗ ਰਿਹਾ, ਸਾਡੇ ਹੋਰ ਨਾ ਬੰਦਾ ਜਿਹੜਾ ਸੁਣਦਾ ਸ਼ੌਕਿੰਗ ਲੱਗ ਰਿਹਾ ਕਿ ਚੰਡੀਗੜ੍ਹ ਤੇ ਦਿੱਲੀ ਦੇ ਵਿੱਚੋਂ ਪ੍ਰਸਾਰਣ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਬੰਦਿਆਂ ਨੂੰ ਉੱਥੋਂ ਬੋਰੀਆ ਬਿਸਤਰਾ ਬਲੇਟ ਕੇ ਜਲੰਧਰ ਭੇਜਤਾ ਕਿ ਜਾਓ ਤੁਸੀਂ ਉੱਥੇ ਹੀ ਕਰੋ ਆਪਣਾ।
ਇਹਦਾ ਮਤਲਬ ਤੇ ਪੰਜਾਬੀ ਦੇ ਨਾਲ ਧੱਕਾ। ਦਿੱਲੀ ਦੇ ਵਿੱਚ ਕਿੰਨੇ ਬੋਲਦੇ ਪੰਜਾਬੀ ਲੋਕ ਬੋਲਦੇ ਹੈਗੇ ਆ, ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਤੇ ਸਾਡੀ ਰਾਜਧਾਨੀ ਆ, ਤੁਹਾਡੇ ਕਲੇਮ ਖਤਮ ਹੋ ਰਹੇ ਆ। ਕੀ ਸੁਖਬੀਰ ਬਾਦਲ ਜਿਹੜੀ ਸਾਡੀ ਰੀਜਨਲ ਐਸਪੀਰੇਸ਼ਨ ਦੀ ਇੱਕ ਪਾਰਟੀ ਤੇ ਉਹਨਾਂ ਦੇ ਨੇਤਾ ਹੈਗੇ, ਪ੍ਰਧਾਨ ਹੈਗੇ, ਅੱਜ ਉਹ ਗਏ ਸੀ, ਇਸ ਗੱਲ ਦਾ ਮੁੱਦਾ ਉਠਾਉਣਗੇ ਜਾਂ ਵਾਪਸ ਆ ਕੇ ਸੋਚ ਕੇ ਕੋਈ ਰੈਜ਼ੋਲੂਸ਼ਨ ਭੇਜਣਗੇ, ਰਿਜ਼ੋਲਵ ਭੇਜਣਗੇ? ਅਸੀਂ ਇਹ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਨੂੰ ਜਾਂ ਬਾਕੀ ਵਿਰੋਧੀ ਪਾਰਟੀਆਂ ਨੂੰ, ਕਿਉਂਕਿ ਸਾਰੀਆਂ ਪੰਜਾਬ ਦੀਆਂ ਆ, ਜਿਨ੍ਹਾਂ ਨੂੰ ਪੰਜਾਬੀ ਨਾਲ ਪਿਆਰ ਆ, ਉਹਨਾਂ ਨੂੰ ਇਹਦੇ ਤੇ ਆਪਣਾ ਰਿਐਕਟ ਜ਼ਰੂਰ ਕਰਨਾ ਚਾਹੀਦਾ। ਆਪਣਾ ਜਿਹੜੀ ਇਸ ਦੇ ਵਿਰੁੱਧ ਰਿਜ਼ੋਲਵ ਕਰਕੇ ਜ਼ਰੂਰ ਕੇਂਦਰ ਨੂੰ ਭੇਜਣਾ ਚਾਹੀਦਾ ਕਿ ਇਹ ਸਾਡੀ ਪੰਜਾਬੀ ਭਾਸ਼ਾ ਦੇ ਉੱਤੇ ਹਮਲਾ। ਮੁਹੰਮਦ ਇਕਬਾਲ ਬਾਰੇ ਉਹ ਆਪਾਂ ਸਾਰੇ ਜਾਣਦੇ ਹਾਂ। ਮੇਰਾ ਖਿਆਲ ਜਿਹੜੇ ਵੀ ਖਾਸ ਕਰਕੇ ਜਿਹੜੇ ਅੱਜ ਦੀ ਤਰੀਕ ਵਿੱਚ 60s 70s ਦੇ ਵਿੱਚ ਹੈ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਮੁਹੰਮਦ ਇਕਬਾਲ ਦਾ ਹੀ ਲਿਖਿਆ ਹੋਇਆ ਸੀਗਾ। ਉਹ ਕੋਈ ਜਾਣਾ ਨਹੀਂ ਸੀ ਚਾਹੁੰਦੇ। ਅੱਜ ਦੀ ਤਰੀਕ ਦੇ ਵਿੱਚ ਵੀ ਤਕਰੀਬਨ 90-88% ਮੁਸਲਮਾਨ ਤੇ ਰਹੇ ਹੀ ਆ, ਇੱਥੇ ਹੀ ਰਹੇ ਆ। ਕਿੱਥੇ ਗਏ ਆ? ਦੇਸ਼ 'ਚ ਹੀ ਆ। ਕਿੰਨੀ ਆਬਾਦੀ? ਤਕਰੀਬਨ 20 ਕਰੋੜ ਮੁਸਲਮਾਨ ਇੱਥੇ ਹੀ ਹੈ, ਨਹੀਂ ਗਏ ਪਾਕਿਸਤਾਨ। ਉਹਨਾਂ ਨੂੰ ਕਹਿੰਦੇ ਸਾਡਾ ਦੇਸ਼ ਹੈ, ਸਾਡੀ ਧਰਤੀ, ਅਸੀਂ ਕਿਉਂ ਛੱਡ ਕੇ ਜਾਈਏ? ਅਸੀਂ ਦੂਸਰੀ ਜਗ੍ਹਾ ਨਹੀਂ ਜਾਣਾ। ਔਰ ਉਹ ਹੀ ਉਦੋਂ ਉਹ ਵੀ ਇਹੀ ਚਾਹੁੰਦੇ ਸੀ। ਉਹ ਆਪਣੇ ਦੇਸ਼ ਦੇ ਪਿਆਰ ਦੇ, ਦੇਸ਼ ਭਗਤੀ ਦੇ ਗਾਣੇ ਸਾਰੇ, ਹੋਰ ਵੀ ਭਾਵੇਂ ਮੁਸਲਮਾਨ ਹੋਣ, ਹਿੰਦੂ ਹੋਣ, ਸਿੱਖ ਹੋਣ, ਸਾਰਿਆਂ ਦੀਆਂ ਕੁਰਬਾਨੀਆਂ ਦੇ ਨਾਲ ਦੇਸ਼ ਆਜ਼ਾਦ ਹੋਇਆ ਸੀ, ਤੇ ਉਹ ਲਿਖਦੇ ਸੀ। ਪਰ ਇਹਨਾਂ ਨੇ ਇਹ ਬਹਾਨਾ ਪਾ ਕੇ ਕਿ ਉਹਨਾਂ ਨੇ ਮੁਸਲਿਮ ਲੀਗ ਦੀ ਜਾਂ ਪਾਕਿਸਤਾਨ ਦੀ ਸਪੋਰਟ ਕੀਤੀ ਸੀ। ਮੈਂ ਤੇ ਇਹਦੇ ਬਾਰੇ ਕੋਈ ਹਿਸਟਰੀ ਦਾ ਇੰਨਾ ਮਾਹਿਰ ਨਹੀਂ ਆ ਕਿ ਕਦੋਂ ਉਹਨਾਂ ਨੇ ਇਹੋ ਜਿਹੀ ਸਪੋਰਟ, ਅਸੀਂ ਤੇ ਇਹੋ ਹੀ ਮੁਹੰਮਦ ਇਕਬਾਲ ਨੂੰ ਜਾਣਦੇ ਹਾਂ ਵੈਸੇ, ਕਿਉਂਕਿ ਖਬਰ ਛਪੀ। ਮੈਂ ਥੋੜੀ ਇਹਦੀ ਤਹਿਕੀਕਾਤ ਵੀ ਕਰੂੰਗਾ ਕਿ ਇਹ ਗੱਲ ਅਸਲੀਅਤ ਕੀ ਹੈ ਤੇ ਕਿਉਂ ਇਹਨਾਂ ਨੂੰ ਚਿੜ ਮੱਚੀ। ਉਹ ਮੁਹੰਮਦ ਇਕਬਾਲ ਦੇ ਨਾਂ ਤੋਂ ਚਿੜ ਮੱਚੀ ਹੋਈ ਹੈ ਜਾਂ ਸੱਚੀ ਮੁੱਚੀ ਕੋਈ ਉਹਨਾਂ ਨੇ ਇਹੋ ਜਿਹੀ ਗੱਲ ਕੀਤੀ ਸੀ ਕਿ ਜਿਹੜੀ ਅੱਜ ਬੀਜੇਪੀ ਮਾਈਂਡਡ ਲੋਕਾਂ ਨੂੰ ਬੜੀ ਦੇਸ਼ ਵਿਰੋਧੀ ਤੇ ਇੱਕ ਦੇਸ਼ ਭਗਤੀ ਦੇ ਅਗੇਂਸਟ ਜਿਹੜੀ ਗੱਲ ਲੱਗ ਰਹੀ ਹੈਗੀ। ਇਸੇ ਤਰੀਕੇ ਨਾਲ ਆਪਾਂ ਅੱਗੇ ਵੀ ਜਾਣਦੇ ਆ ਇਹੋ ਜਿਹੀਆਂ ਤਲੂਖਣੀਆਂ ਤੇ ਦਿੱਤੀਆਂ ਜਾ ਰਹੀਆਂ, ਪਰ ਜਿਹੜੀਆਂ ਵੀ ਇਹ ਨਾਲੋਂ ਨਾਲ ਕਾਰਵਾਈ ਤੁਸੀਂ ਕਹਿ ਰਹੇ ਸੀਗੇ ਕੀਤੀ ਜਾ ਰਹੀ, 3-4 ਗੱਲਾਂ ਤੁਸੀਂ ਹੋਰ ਵੀ ਕਹੀਆਂ ਸੀ, ਕਿਹੜੀਆਂ ਸੁਖਵਿੰਦਰ? ਦੀ ਗੱਲ ਕਰਦਾ ਸੀ, ਸ਼ਿਵ ਸੈਨਾ ਵਾਲਿਆਂ ਦੀ ਗੱਲ ਕਰਦਾ ਸੀ, ਜਿਵੇਂ ਉਹਨਾਂ ਨੇ ਕਿਹਾ ਕਿ ਨਿਕਲ ਜਾਂਦੇ ਨੇ। ਹਾਂ, ਉਹ ਬੜੀਆਂ ਡਾਈਵਰਸ ਗੱਲਾਂ ਹੋ ਜਾਂਦੀਆਂ, ਮੈਨੂੰ ਨਾ ਚੇਤਾ ਨਹੀਂ ਰਹਿੰਦਾ। ਸ਼ਿਵ ਸੈਨਾ ਵਾਲਿਆਂ ਦੀ ਦੇਖੋ, ਇੱਕ ਆਪਣੀ ਜਿਹੜੀ ਉਧਵ ਠਾਕਰੇ ਵਾਲੀ ਹੈਗੀ ਆ, ਉਹਨਾਂ ਦਾ ਇੱਕ ਪੀੜਾ ਤੇ ਹੈ ਹੀ ਆ। ਤੁਸੀਂ ਜਿਸ ਤਰ੍ਹਾਂ ਸਾਡਾ ਪੰਜਾਬ ਨੂੰ ਕੱਟ ਕੇ ਉਦੋਂ ਇੰਡੀਪੈਂਡੈਂਸ ਵੇਲੇ 2 ਧੜੇ ਕਰਤੇ ਆ, ਸ਼ਿਵ ਸੈਨਾ ਦੇ 2 ਧੜੇ ਕਰਤੇ, ਤੇ ਇਹਨਾਂ ਦੇ ਬਾਲ ਠਾਕਰੇ ਹੁਣੀ ਇੱਕ ਪਾਸੇ ਰਹਿ ਗਏ ਸਾਰੇ, ਤੇ ਦੂਜੇ ਪਾਸੇ ਜਿਹੜਾ ਹੁਣ ਵਾਲਾ ਚੀਫ ਮਿਨਿਸਟਰ ਆ ਮਹਾਰਾਸ਼ਟਰ ਦਾ, ਸ਼ਿੰਦੇ, ਉਹ ਚੋਣ ਨਿਸ਼ਾਨ ਵੀ ਲੈ ਗਿਆ ਤੇ ਬੰਦੇ ਵੀ ਤੋੜ ਕੇ ਲੈ ਗਿਆ। ਕਿ ਉਹ ਕਿਉਂ ਨਹੀਂ ਕਹਿਣਗੇ? ਉਹ ਤੇ ਕਹਿਣਗੇ ਕਿ ਅਸੀਂ ਇਹਨਾਂ ਦੇ ਨਾਲ ਸੀ, ਸਾਨੂੰ ਖਾ ਗਏ। ਇਹੀ ਗੱਲ ਉਹ ਕਹਿ ਰਹੇ ਆ ਕਿ ਜੇ ਹੁਣ ਅਸੀਂ ਕੀ ਅਕਾਲੀ ਦਲ ਨੂੰ ਕਹਿ ਰਹੇ ਹਾਂ, ਬਿਲਕੁਲ ਇਹੀ ਗੱਲ ਕਹਿ ਰਹੇ ਹਾਂ ਸੁਖਵਿੰਦਰ, ਕਿ ਤੁਸੀਂ ਉਹਨਾਂ ਦੀ ਸ਼ੈਡੋ 'ਚ ਖਤਮ ਹੋਏ ਆ। ਤੁਸੀਂ ਫੇਰ ਅਜੇ ਉਧਰ ਨੂੰ ਲੋਕਾਂ ਦੇ ਸੋਚ ਰਹੇ ਆ ਉੱਥੇ ਜਾਣਾ ਵੀ। ਜਦ ਵਿਰੋਧੀ ਪਾਰਟੀਆਂ ਨੇ ਵਿਰੋਧਤਾ ਕੀਤੀ ਹੈ ਤੇ ਤੁਹਾਨੂੰ ਸੋਚਣਾ ਚਾਹੀਦਾ ਸੀਗਾ ਕਿ ਚੁੱਪ ਕਰਕੇ ਕੋਈ, ਜਿਵੇਂ ਧਨਖੜ ਸਾਹਿਬ ਆਪਣਾ ਚਿੱਠੀ ਪਤਾ ਨਹੀਂ ਬਿਮਾਰ ਹੋਣਗੇ, ਇਸੇ ਕਰਕੇ ਤੇ ਉਹਨਾਂ ਨੇ ਲਿਖਿਆ ਕਿ ਮੈਂ ਠੀਕ ਨਹੀਂ ਹਾਂ। ਪਰ ਪੋਲੀਟੀਸ਼ੀਅਨ ਅਕਸਰ ਲਿਖ ਦਿੰਦੇ ਆ ਮੈਂ ਠੀਕ ਨਹੀਂ ਹਾਂ, ਇਸ ਕਰਕੇ ਮੈਂ ਨਹੀਂ ਆ ਸਕਦਾ, ਮੈਂ ਕਿਸੇ ਬੰਦੇ ਨੂੰ ਭੇਜ ਦਿਆਂ। ਨਹੀਂ ਜਾਂਦੇ, ਆਪ ਨਹੀਂ ਜਾਂਦੇ। ਤੇ ਇਸ ਕਿਸਮ ਦਾ ਹੋ ਸਕਦਾ ਸੀਗਾ ਕੋਈ ਅਰੇਂਜਮੈਂਟ। ਪਰ ਜਦੋਂ ਗਏ ਆ ਤੇ ਲੋਕਾਂ ਨੂੰ ਇਹ ਲੱਗਦਾ ਕਿ 2024 ਦੀਆਂ ਤਿਆਰੀਆਂ, ਇਕੱਠੀਆਂ ਚੋਣਾਂ ਲੜਦੀਆਂ, ਸ਼ਾਇਦ ਇੱਧਰ ਨੂੰ ਇਹ ਕਦਮ ਵੱਧ ਰਹੇ। ਜੇ ਇੰਜ ਹੋਣਗੇ ਤਾਂ ਫਿਰ ਜੋ ਸ਼ਿਵ ਸੈਨਾ ਵਾਲੇ ਤੁਸੀਂ ਗੱਲ ਕਹਿ ਰਹੇ ਆ ਵੀ ਇਹ ਬਗਿਆੜ ਆ, ਘੜਿਆਲ ਆ ਜਾਂ ਸਰਾਲ ਆ, ਜੋ ਮਰਜ਼ੀ ਕਹਿ ਲਓ, ਉਹਨੂੰ ਸਰਾਲ ਵੀ ਕਹਿੰਦੇ ਅਜਗਰ ਨੂੰ, ਵੀ ਉਹ ਖਾ ਕੇ ਕਹਿੰਦੇ ਬੰਦਾ ਨਿਕਲ ਕੇ ਪਈ ਰਹਿੰਦੀ ਆ, ਮਤਲਬ ਬੱਕਰਾ ਵੀ ਖਾ ਜਾਂਦੀ, ਬੰਦਾ ਵੀ ਪੂਰਾ ਖਾ ਜਾਂਦੀ, ਸਾਬਤ। ਤੇ ਉਹ ਸਾਰਾ ਇਹ ਖਾਣ ਵਾਲੀ ਹੈਗੀ ਹੈ ਤੇ ਛੱਡਦੀ ਨਹੀਂ ਹੈ ਬੰਦਿਆਂ ਨੂੰ, ਪਾਰਟੀਆਂ ਨੂੰ, ਵਿਰੋਧੀਆਂ ਨੂੰ। ਇਹ ਹੁੰਦਾ ਆ ਵੈਸੇ ਵੀ, ਕਹਿੰਦੇ ਵੱਡੇ ਬੋਰਡ ਦੇ ਥੱਲੇ ਕੁਝ ਹੋਰ ਘਾਹ ਫੂਸ ਛੋਟਾ ਪੌਦਾ ਹੁੰਦਾ ਨਹੀਂ, ਸੜ ਜਾਂਦਾ। ਉਹੋ ਹੀ ਗੱਲ ਆ, ਕਿਉਂਕਿ ਉਹ ਸ਼ੈਡੋ ਕਰ ਜਾਂਦਾ, ਓਵਰ ਸ਼ੈਡੋ ਕਰ ਜਾਂਦਾ। ਤੇ ਇਹਨਾਂ ਵੱਡੀਆਂ ਪਾਰਟੀਆਂ ਇਹਨਾਂ ਦੇ ਨਾਲ ਜਿਹੜਾ ਜਾਊਗਾ, ਉਹ ਆਪਣੇ ਆਪ ਨੂੰ ਜਿਹਨੇ ਖਤਮ ਕਰਵਾਉਣਾ, ਉਹ ਜ਼ਰੂਰ ਉਹਨਾਂ ਦੀ ਬੁੱਕਲ 'ਚ ਬੈਠੇ ਤੇ ਨੌ ਮਾਸ ਦਾ ਰਿਸ਼ਤਾ ਬਣਾਏ। ਹਾਂਜੀ, ਬਿਲਕੁਲ। ਨਵੀਂ ਸੰਸਦ ਭਵਨ ਦੇ ਨਾਲ ਇਹ, ਕਿਉਂਕਿ ਇਹ ਸਾਰੇ ਸਵਾਲ ਉੱਠਣਗੇ ਕਿ ਤੁਸੀਂ ਅੱਗੋਂ ਫਿਰ ਤੁਹਾਡੀ ਨੀਅਤ ਕੀ ਹੈ। ਹੁਣ ਤੁਸੀਂ ਕੀ ਨਵੇਂ ਭਾਰਤ ਦੇ ਵਿੱਚ ਜਦੋਂ ਤੁਸੀਂ ਸੱਭਿਆਚਾਰ ਦੀ, ਸੰਸਕ੍ਰਿਤੀ ਦੀ ਗੱਲ ਕਰਦੇ ਹੋ, ਕਿ ਤੁਸੀਂ ਸਾਰੇ ਰਾਜਾਂ ਨੂੰ ਉਹੋ ਜਿਹੇ ਅਧਿਕਾਰ ਦਿਓ ਕਿ ਕੇਜਰੀਵਾਲ ਸਾਹਿਬ ਵੀ ਤਾਂ ਭੱਜੇ ਫਿਰਦੇ ਨੇ ਨਾਲ ਭਗਵੰਤ ਮਾਨ ਸਾਹਿਬ ਨੂੰ ਲੈ ਕੇ, ਕਿ ਦੇਖੋ ਜੀ ਸਾਡੇ ਨਾਲ ਏਦਾਂ ਕੀਤਾ, ਇਹ ਤਾਂ ਧੱਕਾ ਹੈ ਜੀ, ਨਿਰਾ ਧੱਕਾ ਹੈ ਜੀ। ਪਰ ਜਦੋਂ ਇੱਥੇ ਗੱਲ ਮਹਿਲਾ ਸਸ਼ਕਤੀਕਰਨ ਦੀ, ਇਹ ਕਹਿੰਦੇ ਕਿ ਅਸੀਂ ਔਰਤਾਂ ਦੀ
ਹਿੱਸੇਦਾਰੀ ਵਧਾਉਣੀ ਹੈ ਸੰਸਦ ਭਵਨ ਦੇ ਵਿੱਚ। ਪਰ ਹੋ ਕੀ ਰਿਹਾ, ਪਹਿਲਵਾਨਾਂ ਦਾ ਧਰਨਾ ਦੇਖੋ, ਅੱਜ ਉਹਨਾਂ ਨੇ ਵੀ ਨਾਲ ਕਿਹਾ ਸੀ ਨਵੇਂ ਸੰਸਦ ਭਵਨ ਨਾਲ ਪਹੁੰਚਣਾ। ਮੈਂ ਤੁਹਾਨੂੰ ਦਿਖਾਈਆਂ, ਬ੍ਰੇਕਿੰਗ ਵੀ ਤੁਸੀਂ ਸੁਣੀ ਹੋਣੀ, ਕੀ ਹਾਲ ਕੀਤਾ ਉਹਨਾਂ ਦੇ ਨਾਲ। ਪ੍ਰਧਾਨ ਮੰਤਰੀ ਜੀ ਕਹਿ ਰਹੇ ਸੀਗੇ ਕਿ ਅਸੀਂ 25 ਸਾਲਾਂ 'ਚ ਵਿਕਸਿਤ ਦੇਸ਼ ਹੋ ਜਾਾਂਗੇ ਤੇ ਏਡਾ ਵੱਡਾ ਅਸੀਂ ਦੇਸ਼ ਬਣਾਂਗੇ ਕਿ ਅਸੀਂ ਇਕੱਲੇ ਆਪ ਹੀ ਨਹੀਂ ਗਾਂਹ ਜਾਵਾਂਗੇ, ਅਸੀਂ ਬਹੁਤ ਸਾਰੇ ਛੋਟੇ ਦੇਸ਼ਾਂ ਨੂੰ, ਜਿਵੇਂ ਸੂਰਜ ਆਪਣੇ ਜਿਹੜੇ ਉਹਦੇ ਚਾਰੇ ਪਾਸੇ ਗ੍ਰਹਿ ਹੈਗੇ ਆ ਉਹਨਾਂ ਨੂੰ ਰੋਸ਼ਨੀ ਵੀ ਦਿੰਦਾ, ਉਹਨਾਂ ਨੂੰ ਘੁਮਾਉਂਦਾ ਵੀ ਆਪਣੇ ਚਾਰੇ ਦੁਆਲੇ, ਇਸ ਤਰੀਕੇ ਨਾਲ ਅਸੀਂ ਸੂਰਜ ਬਣ ਕੇ ਚਮਕਾਂਗੇ ਤੇ ਸ਼੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ, ਬਰਮਾ ਜਾਂ ਉਹ ਜਿਹਨੂੰ ਮਿਆਂਮਾਰ ਕਹਿੰਦੇ, ਇਹ ਜਾਂ ਈਸਟ ਏਸ਼ੀਅਨ ਕੰਟਰੀ, ਘੱਟੋ ਘੱਟ ਨੇਪਾਲ, ਇਹਨਾਂ ਸਾਰਿਆਂ ਨੂੰ ਅਸੀਂ ਨਾਲ ਚਮਕਾ ਦਿਆਂਗੇ, ਸਾਡੀ ਰੋਸ਼ਨੀ ਇਹਨਾਂ ਤੇ ਵੀ ਜਾਊਗੀ। ਇਹ ਵੀ ਵਿਕਸਿਤ ਹੋਣ ਦੀ ਤੇਜ਼ ਰਫ਼ਤਾਰ ਨਾਲ ਅੱਗੇ ਵਧਣਗੇ। ਮੈਨੂੰ ਤੇ ਇਹ ਫਾਰਮੂਲਾ ਸਮਝ ਨਹੀਂ ਆਉਂਦਾ। ਚਲੋ ਉਂਝ ਵਿਚਾਰ ਰੱਖਣ 'ਚ ਕੀ ਹੈ, ਜੋ ਮਰਜ਼ੀ ਹੈ, ਬੋਲਣਾ ਹੀ ਆ, ਬੋਲੀ ਚੱਲੋ। ਜੇ ਅਮਰੀਕਾ ਤਕੜਾ ਹੋਇਆ ਤੇ ਕੈਨੇਡਾ ਥੋੜੀ ਨਾਲ ਤਕੜਾ ਹੋਇਆ, ਲੈਟਿਨ ਅਮਰੀਕਾ ਨੂੰ ਤੇ ਠੋਕ ਦਿੱਤਾ ਅਮਰੀਕਾ ਨੇ, ਤੇ ਇਹ ਜਦੋਂ ਚੀਨ ਤਕੜਾ ਹੋਊਗਾ ਤੇ ਅਸੀਂ ਥੋੜੀ ਨਾਲੋਂ ਨਾਲ ਚੀਨ ਤੇ ਉਹ ਸਾਨੂੰ ਤਕੜਾ ਦੇਖੂਗਾ, ਹੋਊਗਾ ਪਹਿਲਾਂ ਇਹਨਾਂ ਦੀ ਮੰਜੀ ਠੋਕੋ, ਇਹਨਾਂ ਦੀ ਥੋੜਾ ਜਿਹਾ, ਇਹ ਬਹੁਤ ਚੜ੍ਹਦੇ ਆ, ਨਹੀਂ ਤੇ ਮੇਰੇ ਗਲ 'ਚ ਬਰਾਬਰ ਦਾ ਚਾਪੇ, ਮੇਰੀ ਰੋਸ਼ਨੀ ਇਹਨਾਂ ਨੇ ਘਟਾਉਣੀ ਆ, ਪਹਿਲਾਂ ਇਹਨਾਂ ਨੂੰ ਹੀ ਰੋਸ਼ਨੀ ਥੱਲੇ ਕਰੋ। ਤੇ ਫਾਰਮੂਲਾ ਤੇ ਇਹ ਆ, ਪਰ ਮੋਦੀ ਜੀ ਨੇ ਪਤਾ ਨਹੀਂ ਕਿਸੇ ਨੇ ਕਿਹਾ ਹੋਣਾ ਇੰਜ ਬੋਲਿਓ, ਉਹਨਾਂ ਨੇ ਕਿਹਾ ਠੀਕ ਆ, ਇਸ ਤਰੀਕੇ ਨਾਲ ਜ਼ਿਆਦਾ ਵਧੀਆ ਲੱਗੂ, ਤਾਂ ਕਿ ਆਪਣੇ ਪੂਰੇ ਇਲਾਕੇ ਦੀ ਇਸ ਰੀਜਨ ਦੀ ਆਵਾਜ਼ ਅਸੀਂ ਬਣ ਕੇ ਉੱਭਰੀਏ। ਉਹਦੇ ਲਈ ਬਹੁਤ ਕੁਝ ਕਰਨਾ ਪਊ, ਪਹਿਲਾਂ ਦੇਸ਼ ਤੇ ਇਕੱਠਾ ਰੱਖ ਲਈਏ, ਉਹੋ ਹੀ ਆਪਾਂ ਇੱਕ ਭਾਸ਼ਾ 'ਚ ਗੱਲ ਕਰਾਂਗੇ। ਤੇ ਜਿਹੜੀ ਐਂਟੀ ਹਿੰਦੀ ਇੰਨੀ ਜ਼ਬਰਦਸਤ ਮੂਵਮੈਂਟ ਹੁੰਦੀ ਰਹੀ ਹੈ ਸਾਊਥ ਦੇ ਵਿੱਚ, ਖਾਸ ਕਰ ਤਾਮਿਲਨਾਡੂ 'ਚ, ਜਿੱਥੋਂ ਅਸੀਂ ਇਹ ਸੈਂਗਰ ਲੈ ਕੇ ਆਏ ਹਾਂ, ਉਹ ਕੀ ਸੋਚਦੇ ਹੋਣਗੇ। ਅੱਜ ਮੈਂ ਇਸ ਗੱਲ ਨੂੰ ਬੈਠਾ ਲਗਾਤਾਰ ਸੋਚਦਾ ਸੀ ਕਿ ਉਹਨਾਂ ਦਾ ਖਿਆਲ ਵੀ ਰੱਖਣਾ ਚਾਹੀਦਾ ਸੀਗਾ। ਇਹ ਪਾਰਲੀਮੈਂਟ ਜਦੋਂ ਏਡਾ ਅਸੀਂ ਉਹਦੇ ਗੁਣ ਗਾਇਨ ਕੀਤੇ, ਉਹਦਾ ਫਿਊਚਰ ਬਾਰੇ ਵੀ 25 ਸਾਲਾਂ ਬਾਅਦ ਕੀ ਹੋਊਗਾ, ਇਹ ਇੱਕ ਨਵੀਂ ਕਿਸਮ ਦੀ ਡੈਮੋਕ੍ਰੇਸੀ ਦੀ 75 ਸਾਲਾਂ ਤੋਂ ਬਾਅਦ ਇੱਕ ਨਵਾਂ ਆਉਣ ਵਾਲੇ 100 ਸਾਲ ਤੱਕ, ਉਹ ਕਹਿ ਰਹੇ ਸੀ ਵੀ ਮਤਲਬ 25 ਸਾਲ ਰਹਿ ਗਏ ਨਾ, ਉਸ ਕਿਸਮ ਦਾ ਉਹ ਦੱਸ ਰਹੇ ਸੀ ਕਿ ਜਦੋਂ ਸ਼ਤਾਬਦੀ ਅਸੀਂ ਮਨਾਵਾਂਗੇ ਪੂਰੀ ਆਜ਼ਾਦੀ ਦੀ, ਤੇ ਉਦੋਂ ਤੱਕ ਅਸੀਂ ਬਹੁਤ ਵੱਡਾ ਵਿਕਸਿਤ ਦੇਸ਼ ਹੋਵਾਂਗੇ, ਤੇ ਨਾਲ ਲੋਕਾਂ ਨੂੰ ਵੱਡਾ ਜਹਾਜ਼ ਜਿਹੜਾ ਛੋਟੀਆਂ ਬੇੜੀਆਂ ਨੂੰ ਲੈ ਕੇ ਚੱਲਦਾ ਇੰਜ ਚੱਲੂਗਾ, ਫਟੋਲਾ ਕਹਿੰਦੇ ਉਹਨੂੰ। ਤਾਂ ਇਹ ਪਹਿਲਵਾਨ ਦੂਸਰੇ ਪਾਸੇ, ਹਾਂ ਬਿਲਕੁਲ ਦੂਸਰੇ ਪਾਸੇ ਜਿਹੜੇ ਇਹ ਗੱਲ ਤੇ ਸ਼ੱਕ ਕਰ ਰਹੇ ਆ, ਜਾਂ ਲੋਕ, ਵਿਰੋਧੀ ਪਾਰਟੀਆਂ ਨੇ ਤੇ ਖੈਰ ਬਾਈਕਾਟ ਕੀਤਾ ਹੀ, ਮੈਂ ਜਿਵੇਂ ਪਹਿਲਾਂ ਵੀ ਦੱਸਦਾ ਕਿ ਰਾਸ਼ਟਰਪਤੀ ਨੂੰ ਨਾ ਬੁਲਾ ਕੇ ਬਹੁਤ ਵੱਡਾ ਧੱਕਾ ਹੋਇਆ ਕਿ ਸਰਵਉੱਚਤਮ ਸਾਡੇ ਜਿਹੜੇ ਸਿੰਬਲ ਹੈ ਇੱਥੇ, ਅਹੁਦੇਦਾਰ ਹੈ, ਉਹ ਉੱਥੋਂ ਐਬਸੈਂਟ ਹੋਣ, ਤਾਂ ਉਹ ਇੱਕ ਬਹੁਤ 100 ਘੜਾ ਠੰਡਾ ਪਾਣੀ ਤੇ ਪਾਰਲੀਮੈਂਟ 'ਚ ਪਿਆ ਹੋਇਆ ਸੀ, ਸਾਰਿਆਂ ਦੇ ਮੂੰਹ ਉਤਰੇ ਸੀ, ਤੁਸੀਂ ਵੀ ਦੇਖਿਆ ਹੋਣਾ, ਮੈਂ ਤੇ ਬਹੁਤ ਨੋਟ ਕੀਤਾ, ਪ੍ਰਧਾਨ ਮੰਤਰੀ ਦਾ ਖੁਦ ਮੂੰਹ ਬਹੁਤ ਉਤਰਿਆ ਹੋਇਆ ਸੀ ਇਸ ਗੱਲ ਕਰਕੇ ਕਿ ਅੱਜ ਇਸ ਗੱਲ ਦਾ ਕਿ ਵਿਰੋਧੀ ਪਾਰਟੀਆਂ ਦਾ ਨਾ ਹੋਣਾ, ਰਾਸ਼ਟਰਪਤੀ ਦਾ ਨਾ ਹੋਣਾ, ਇਹ ਕਾਫੀ ਉਹ ਸਾਰਿਆਂ ਨੂੰ ਇੰਜ ਮਹਿਸੂਸ ਹੋ ਰਿਹਾ, ਲੱਗ ਰਿਹਾ ਸੀ। ਤੇ ਦੂਜੇ ਪਾਸੇ ਜਿਹੜੇ ਲੋਕ ਆਪਣੇ ਹੱਕ ਹਕੂਕ ਦੀ, ਸੈਕਸੁਅਲ ਹਰਾਸਮੈਂਟ ਦੀ, ਔਰ ਬੀਜੇਪੀ ਦੇ ਐਮਪੀ ਦੀ ਇੱਟ ਸਿਆਪਾ ਕਰ ਰਹੇ ਆ, ਰੋਜ਼ ਉਹਦੇ ਨਾਰੇ ਲਾਉਂਦੇ ਉਹਦੇ ਵਿਰੁੱਧ ਤੇ ਉਹਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ, ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਮਹਾ ਪੰਚਾਇਤ ਪਾਰਲੀਮੈਂਟ ਵੱਲ ਮਾਰਚ ਕਰਕੇ ਜਿੱਥੇ ਉਦਘਾਟਨ ਹੋਊਗਾ ਤੇ ਅਸੀਂ ਵੀ ਆਪਣੀ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਕਰਾਂਗੇ। ਕਰ ਦੇਣਾ ਚਾਹੀਦਾ ਸੀ, ਡੈਮੋਕ੍ਰੇਸੀ ਤੇ ਇਹੀ ਹੈ। ਤੁਸੀਂ ਕਿਉਂ ਪੁਲਿਸ ਲਾਈ, ਕਿਉਂ ਤੁਸੀਂ ਉਹਨਾਂ ਨੂੰ ਖਿੱਚੋਤਾਣ ਕੀਤੀ, ਕਿਉਂ ਤੁਸੀਂ ਵਿਨੇਸ਼ ਫੋਗਟ ਔਰ ਸਾਕਸ਼ੀ ਮਾਲਿਕ, ਬਜਰੰਗ ਹੁਣਾਂ ਦਾ ਉਹਨਾਂ ਦੇ ਤੰਬੂ ਤੱਕ ਅਖਾੜ ਦਿੱਤੇ ਅੱਜ ਜਦੋਂ ਉਹ ਜਾਣ ਲੱਗੇ ਸੀ। ਇਹ ਕਿਤੇ ਪਤਾ ਤੇ ਸੀਗਾ ਕਿ ਤੁਹਾਨੂੰ ਇੱਥੇ ਹੋਣਾ, ਉਹ ਕਿਤੇ ਕੋਈ ਤੁਹਾਡੇ ਤੇ ਹਮਲਾ ਕਰਨ ਆ ਰਹੇ ਸੀ? ਬਿਲਕੁਲ ਨਹੀਂ ਸੀ। ਜੇ ਕਿਸੇ ਕੋ ਹਥਿਆਰ ਸੀ ਜ਼ਰੂਰ ਅੰਦਰ ਕਰਨੇ ਚਾਹੀਦੇ ਆ, ਕਾਨੂੰਨ ਵੀ ਲਾਗੂ ਕਰਨਾ ਚਾਹੀਦਾ। ਜੇ ਖਾਲੀ ਹੱਥ ਨਾਰੇ ਲਾਉਂਦੇ ਉੱਥੇ ਇਹ ਪਹਿਲਵਾਨ ਜਾਣਾ ਚਾਹੁੰਦੇ ਸੀ, ਮੈਨੂੰ ਇਹ ਪਤਾ ਲੱਗਾ ਕਿ ਦੂਜੇ ਬਾਰਡਰਾਂ ਤੇ ਵੀ ਉਹਨਾਂ ਨੇ ਵੱਡੀ ਗਿਣਤੀ 'ਚ ਫੋਰਸ ਲਾ ਕੇ ਬਹੁਤ ਸਾਰੀਆਂ ਔਰਤਾਂ, ਬੀਬੀਆਂ ਨੇ ਜਿਨ੍ਹਾਂ ਨੇ ਆਉਣਾ ਸੀ, ਉਹਨਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ, ਇਹਨਾਂ ਦੇ ਵਿੱਚ ਸ਼ਾਮਲ ਹੋਣ ਨਹੀਂ ਦਿੱਤਾ ਗਿਆ। ਸਾਰੀ ਦਿੱਲੀ ਨੂੰ ਇੱਕ ਕਿਸਮ ਦਾ ਤੁਸੀਂ ਸਮਝ ਲਓ ਕਿਲਾ ਬਣਾ ਦਿੱਤਾ ਸੀਗਾ, ਕਿਲੇਬੰਦੀ ਕੀਤੀ ਸੀ। ਤੇ ਕੁਦਰਤੀ ਆ ਕਿ ਫੋਰਸਿਸ ਨੂੰ ਸਖਤ ਹਦਾਇਤ ਸੀ ਕਿ ਅੱਜ ਇੱਕ ਬਿਲਕੁਲ ਮੱਖੀ ਵੀ ਹਿੱਲਣੀ ਨਹੀਂ ਚਾਹੀਦੀ, ਜਾਣੀ ਮੱਖੀ ਮੱਛਰ ਵੀ ਜਿਹੜਾ ਹਿੱਲਣਾ ਨਹੀਂ ਚਾਹੀਦਾ, ਇੰਨੀ ਜ਼ਿਆਦਾ ਸਖਤੀ ਸੀਗੀ। ਪਾਰਲੀਮੈਂਟ ਦਾ ਸੀ, ਨਾਲ ਪ੍ਰਧਾਨ ਮੰਤਰੀ ਦੇ ਫੰਕਸ਼ਨ ਦਾ, ਨਿੱਜੀ ਫੰਕਸ਼ਨ ਦਾ, ਇੱਕ ਐਡਾ ਵੱਡਾ ਕੰਟਰੋਵਰਸੀ ਤੋਂ ਬਾਅਦ ਉੱਥੇ ਸ਼ੁਰੂਆਤ ਹੋਣੀ ਸੀ, ਉਹਦਾ ਅੱਜ ਸੰਪਨ ਹੋਣਾ ਸੀ। ਤੇ ਕੁਦਰਤੀ ਹੈ ਉਹਨਾਂ ਨੇ, ਪਰ ਇਹ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਹੋ
ਕਿ ਚੰਦ ਦੇ ਵਿੱਚ ਜਿਹੜੀ ਕਾਲਖ ਲੱਗੀ ਹੈ ਉਹ ਇਹੀ ਲੱਗੀ ਹੈ ਕਿ ਤੁਸੀਂ ਲਾਠੀਆਂ ਜਾਂ ਮੈਨੂੰ ਨਹੀਂ ਪਤਾ, ਮੈਂ ਉਹ ਦੇਖ ਨਹੀਂ ਸਕਿਆ ਵੀਡੀਓ ਕਿਉਂਕਿ ਮੈਂ ਪ੍ਰਧਾਨ ਮੰਤਰੀ ਨੂੰ ਦੇਖ ਰਿਹਾ ਸੀ, ਜਾਂ ਮੀਡੀਆ ਨੇ ਹੋ ਸਕਦਾ ਦਿਖਾਇਆ ਕਿ ਨਹੀਂ ਦਿਖਾਇਆ, ਇਹ ਵੀ ਇੱਕ ਸ਼ੰਕੇ ਦੀ ਗੱਲ। ਮੇਨ ਸਟ੍ਰੀਮ ਮੀਡੀਆ ਤੇ ਲਾਈਵ ਲੱਗਾ ਸੀ ਸਾਰਾ ਕੁਝ ਦਿਖਾ ਲੈਣ, ਪਰ ਇਹ ਦੂਜੇ ਪਾਸੇ ਜੋ ਹੋਇਆ ਉਹਨਾਂ ਦੇ ਨਾਲ ਧੱਕਾ ਹੋਇਆ, ਇਹ ਸਮਝੋ ਕਿ ਅਸੀਂ ਲੋਕਤੰਤਰਕ ਪ੍ਰਣਾਲੀ ਨੂੰ ਜਾਂ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਪਾਰਲੀਮੈਂਟ ਦਾ ਜਿਹੜਾ ਨਵਾਂ ਇਸਤੇਮਾਲ ਕਰਨਾ ਚਾਹੁੰਦੇ ਆ, ਜਿਹੜਾ ਉੱਥੇ ਐਲਾਨ ਕੀਤਾ ਗਿਆ, ਉਧਰ ਵੱਲ ਕਦਮ ਨਹੀਂ ਹੈ, ਸਗੋਂ ਕਿਸੇ ਫਾਸਿਸਟ ਜਾਂ ਫਾਸ਼ੀਵਾਦੀ ਸੋਚ, ਜਿੱਥੇ ਡਿਕਟੇਟਰੀ ਸੋਚ ਵੱਲ ਕਦਮ ਮੈਨੂੰ ਜ਼ਿਆਦਾ ਦਿਖ ਰਿਹਾ। ਨਹੀਂ ਤੇ ਖੁਸ਼ ਹੋਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਨੂੰ ਇਸ ਗੱਲ ਤੇ ਕਿ ਜਦੋਂ ਅਸੀਂ ਅੰਦਰ ਆਪਣਾ ਪ੍ਰੋਗਰਾਮ ਕਰ ਰਹੇ ਹਾਂ, ਸਾਡੇ ਕਿੰਨੇ ਹਿਰਦੇ ਵਿਸ਼ਾਲ ਆ ਕਿ ਸਾਡੇ ਬਾਹਰ ਸਾਡੇ ਵਿਰੁੱਧ ਜਿਹੜੇ ਲੋਕ ਸਾਡੇ ਕਿਸੇ ਕਾਰਵਾਈ ਤੋਂ ਨਾ ਖੁਸ਼ ਆ, ਉਹ ਸਾਡਾ ਪ੍ਰੋਟੈਸਟ ਵੀ ਕਰ ਰਿਹਾ ਤੇ ਅਸੀਂ ਉਸ ਨੂੰ ਵੀ ਉਨੇ ਹੀ ਵੱਡੇ ਹਿਰਦੇ ਨਾਲ ਸਵੀਕਾਰ ਕਰਦੇ ਆ। ਵਿਦੇਸ਼ੀ ਲੋਕ ਵੀ ਇਸ ਗੱਲ ਨੂੰ ਦੇਖ ਕੇ ਜਾਂਦੇ ਤਾਂ ਉਹ ਖੁਸ਼ ਹੋ ਕੇ ਜਾਂਦੇ ਕਿ ਡੈਮੋਕ੍ਰੇਸੀ ਦਾ ਅਸਲ ਮਾਨਿਆ ਚ ਜਿਹੜੀ ਬਹੁਤ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰਕ ਪ੍ਰਣਾਲੀ ਹੈਗੀ, ਉਸ ਦੀ ਅਸਲੀਅਤ ਸਪਿਰਿਟ ਕੀ ਹੈ, ਉਹਦੀ ਆਤਮਾ ਕੀ ਹੈ, ਉਹਦਾ ਅਸਲੀ ਮਤਲਬ ਕੀ ਹੈ। ਜਦ ਤੁਸੀਂ ਉਹਨਾਂ ਨੂੰ ਖਦੇੜਦੇ ਆ, ਰੋਕਦੇ ਆ, ਤੇ ਇਹਦਾ ਮਤਲਬ ਡੈਮੋਕ੍ਰੇਸੀ ਨਾਂ ਦੀ ਹੈਗੀ ਆ, ਅਸਲੀਅਤ ਵਿੱਚ ਇਹ ਡੰਡਾਗਿਰੀ ਹੀ ਹੈਗੀ। ਇਹਦੇ ਵਿੱਚ ਮੀਡੀਆ ਦੀ ਵੀ ਭੂਮਿਕਾ ਹੈ ਨਾ, ਕਿ ਉਹ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਨੇ। ਜਦ ਤੱਕ ਕੋਈ ਪ੍ਰੋਗਰਾਮ ਇਹੋ ਜਿਹਾ ਲੱਗੇ ਉਹਨਾਂ ਨੂੰ ਕਿ ਚਾਰੇ ਪਾਸੇ ਮੋਦੀ ਸਾਹਿਬ ਹੀ ਦੇਖਦੇ ਨੇ, ਫਿਰ ਚਾਰ ਕੈਮਰੇ ਕਰਕੇ ਦਿਖਾ ਦਿੰਦੇ ਨੇ, 2 ਫਰੇਮ ਬਣਾ ਦਿੰਦੇ, ਇੱਕ ਪਾਸੇ ਦਿਖਾਉਂਦੇ ਕਿ ਆਹ ਦੇਖੋ ਜੀ ਨਵੀਂ ਸੰਸਦ ਭਵਨ ਦਾ ਉਦਘਾਟਨ ਹੈ, ਦੂਜੇ ਪਾਸੇ ਦਿਖਾਉਂਦੇ ਕਿ ਦੇਖੋ ਜੀ ਲੜਕੀਆਂ ਵਿਰੋਧ ਕਰ ਰਹੀਆਂ, ਇੱਥੇ ਔਰਤਾਂ ਦੀ ਸਹਿਨਸ਼ੀਲਤਾ ਜਾਂ ਅਸਹਿਨਸ਼ੀਲਤਾ ਦੇ ਸਵਾਲ ਉੱਠਦੇ ਨੇ, ਉਹਨਾਂ ਨੂੰ ਅਗਵਾਈ ਦੇਣ ਦੇ ਸਵਾਲ ਉੱਠਦੇ ਨੇ। ਤੇ ਉਸ ਮੁਲਕ 'ਚ ਕੀ ਹਾਲ ਹੋ ਰਿਹਾ, ਜੇ ਦਿਖਾਓਗੇ ਤਾਂ ਹੀ ਸਰਕਾਰਾਂ ਡਰਨਗੀਆਂ। ਤੇ ਜੇ ਸਰਕਾਰਾਂ ਦੇ ਕਹਿਣ ਤੇ ਤੁਸੀਂ ਇੱਕ ਸਿੰਗਲ ਫਰੇਮ ਹੋ ਕੇ 1 ਮੈਨ ਆਰਮੀ ਸ਼ੋਅ ਕਰੋਗੇ ਤਾਂ ਫਿਰ ਉੱਥੇ ਇਹੋ ਜਿਹਾ ਕੁਝ ਦੇਖਣ ਨੂੰ ਮਿਲੇਗਾ। ਆਖਰੀ ਸਵਾਲ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਬੇਅਦਬੀ ਵਾਲੇ ਜਿਹੜੇ ਕਾਨੂੰਨ ਦੀ ਗੱਲ ਚੱਲਦੀ ਹੈ ਕਿ ਜੀ ਮੌਤ ਦੀ ਸਜ਼ਾ, ਤਾਂ ਉਮਰ ਕੈਦ ਮਤਲਬ ਕਿ ਹੋਣੀ ਚਾਹੀਦੀ ਹੈ, ਕੋਈ ਕਹਿੰਦਾ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਮੈਂ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਰਿਐਕਸ਼ਨ ਸੁਣ ਰਿਹਾ ਸੀ, ਜਨਰਲ ਸਕੱਤਰ ਗਰੇਵਾਲ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਵੀ ਬੜੀ ਚਿੱਠੀਆਂ ਪਾਈਆਂ। ਉਹ ਕਹਿੰਦੇ ਅਸੀਂ ਤਾਂ ਕਹਿੰਦੇ ਆ ਕਿ ਇਸ ਬੇਅਦਬੀ ਦੇ ਕਾਨੂੰਨ ਦੇ ਨਾਲ ਸਾਰੇ ਧਰਮਾਂ ਦੀ ਬੇਅਦਬੀ, ਜਿਵੇਂ ਵੀ ਜਿਸ ਵੀ ਢੰਗ ਨਾਲ ਕੋਈ ਸੋਚਦਾ ਵੀ ਹੈ ਉਹਦੇ ਬਾਰੇ, ਤਾਂ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹ ਕਹਿੰਦੇ ਬਾਕੀ ਇਹ ਮਤਲਬ ਕਿ ਪਾਸ ਹੋ ਜਾਣਾ ਚਾਹੀਦਾ, ਇਹਦੇ ਉੱਤੇ ਮੋਹਰ ਲੱਗ ਜਾਣੀ ਚਾਹੀਦੀ ਹੈ। ਉਹ ਗੱਲ ਵੱਖਰੀ ਹੈ ਕਿ ਭਗਵੰਤ ਮਾਨ ਸਾਹਿਬ ਨੇ ਹੁਣ ਚਿੱਠੀ ਤਾਂ ਲਿਖਤੀ, ਪਰ ਇਹ ਕਹਿੰਦੇ ਚਿੱਠੀ ਤੱਕ ਨਾ ਸਾਰਿਆ ਜਾਵੇ। ਉਹ ਜਿਹੜੀ ਮਰਿੰਡੇ ਘਟਨਾ ਵਾਪਰੀ ਸੀ, ਉਹ 2-3 ਦਿਨ ਬੰਦਾ ਪੁਲਿਸ ਦੀ ਕਸਟਡੀ ਦੇ ਵਿੱਚ ਰਿਹਾ, ਉਹਨੇ ਕੀ ਖੁਲਾਸੇ ਕੀਤੇ, ਜਾਂ ਫਿਰ ਹੋਰ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਹ ਜਿਹੜੇ ਬੰਦੇ ਫੜੇ ਜਾਂਦੇ ਨੇ, ਜਿਹੜੇ ਫੜੇ ਹੋਏ ਨੇ, ਉਹ ਕੀ ਖੁਲਾਸੇ ਹੁੰਦੇ ਨੇ, ਉਹਦੇ ਆਧਾਰ ਤੇ ਜਾਂਚ ਅੱਗੇ ਤੋਰ ਲਓ, ਸਿਰਫ ਚਿੱਠੀਆਂ ਤੱਕ ਸੀਮਤ ਨਾ ਰਹੋ। ਦੇਖੋ, ਇਹ ਜਿਹੜੀਆਂ ਮੰਗ ਹੁੰਦੀ ਹੈ ਨਾ, ਕਾਨੂੰਨ ਸਖਤ ਕਰੋ, ਇਹ ਤੇ ਰਾਜਨੀਤੀ ਆ। ਕਾਨੂੰਨ ਸਖਤ ਬਥੇਰੇ ਹੈਗੇ ਪਹਿਲੇ, ਉਹਨੂੰ ਵਰਤੋਂ ਕਰੋ। ਹੁਣ ਤੁਸੀਂ ਨਾ ਸਖਤ ਕਾਨੂੰਨ ਕਰਕੇ ਨਹੀਂ ਬੰਦੇ ਫੜ ਸਕੇ, ਕਾਨੂੰਨ ਨੇ ਬੰਦੇ ਫੜਨੇ। ਕਾਨੂੰਨ ਕੋਈ ਆਪਣੇ ਆਪ ਚ ਫੜਨ ਵਾਲੀ ਚੀਜ਼ ਥੋੜੀ ਹੈ, ਕਾਨੂੰਨ ਤੇ ਲਾਗੂ ਕਰਨਾ ਬਾਅਦ ਵਿੱਚ, ਬੰਦੇ ਫੜਨ ਤੋਂ ਬਾਅਦ ਕਾਨੂੰਨ ਲਾਗੂ ਹੋਣਾ। ਇਹ ਤੇ ਇੱਕ ਟਾਈਮ ਪਾਸ ਵਾਲੀ ਗੱਲ ਹੈ, ਇਹ ਇੱਕ ਆਪਣੀ ਦੱਸਣ ਵਾਲੀ ਗੱਲ ਹੈ ਕਿ ਸਾਡੇ ਨਾਲੋਂ ਵੱਧ ਸਿੱਖਾਂ ਦਾ ਹਤੈਸ਼ੀ ਕੋਈ ਨਹੀਂ। ਜਿਹੜੀ ਗੱਲ ਇੱਕ ਵਾਰੀ ਅਕਾਲੀ ਦਲ ਵੇਲੇ ਚੱਲੀ ਸੀਗੀ ਕਿ ਜਿਸ ਤਰ੍ਹਾਂ ਅਰਦਾਸ ਵਿੱਚ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇਹ, ਇਹ ਜੇ ਆਪਾਂ ਦੇਹ ਨੂੰ ਹੀ ਪੂਜਣ ਲੱਗ ਪਏ ਆ, ਵਿਚਾਰ ਨੂੰ ਨਹੀਂ ਪੂਜਦੇ, ਫਿਰ ਤੇ ਅਸੀਂ ਸਮਝ ਲਓ ਸਿੱਖਾਂ ਵਾਲੇ ਹਿੰਦੂ ਹੀ ਆ, ਫਿਰ ਤੇ RSS ਠੀਕ ਹੀ ਕਹਿੰਦੀ ਆ। ਫਿਰ ਤੇ ਤੁਸੀਂ ਉਹਨਾਂ ਦੇ ਜਿਹੜੇ ਪੱਤਰੇ ਲੋਕਾਂ ਨੇ ਫਾੜ ਕੇ ਖਿਲਾਰੇ, ਉਹਨੂੰ ਆਂਗੀ ਕਹੋਗੇ, ਕਿਉਂਕਿ ਉਹ ਆਂਗੀ ਹੈ। ਫਿਰ ਤੇ ਇਹ ਫੈਸਲਾ SGPC ਤੇ ਸਾਡੇ ਸਿੱਖ ਸਕਾਲਰ ਕਰਨ ਕਿ ਕੀ ਅਸੀਂ ਹੁਣ ਦੇਹ ਨੂੰ ਪੂਜਣ ਲੱਗ ਗਏ ਆ, ਗੁਰੂ ਨੂੰ ਉਸ ਕਿਸਮ ਦਾ, ਜਾਂ ਅਸੀਂ ਵਿਚਾਰ ਨੂੰ ਪੂਜਦੇ ਆ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਆ, ਜਿਹੜਾ ਉਹਦੇ ਚ ਵਿਚਾਰ ਹੈ, ਜਿਹੜਾ ਉਹਦੇ ਚ ਫਲਸਫਾ ਹੈ, ਜਿਹੜੇ ਉਹਦੇ ਚ ਸਾਰਾ ਬਿਰਤਾਂਤ ਲਿਖਿਆ ਹੋਇਆ, ਜੋ ਵਿਚਾਰ ਲਿਖੇ ਹੋਏ ਆ, ਉਹ ਸਾਡਾ ਗੁਰੂ ਹੈ। ਨਾ ਕਿ ਅਸੀਂ ਜਿਸ ਤਰੀਕੇ ਨਾਲ ਬੁੱਤਾਂ ਦੀ ਪੂਰੀ ਉਸ ਕਿਸਮ ਦੇ ਅਲੱਗ-ਅਲੱਗ ਬੁੱਤ ਬਣਾ ਕੇ ਪੂਜਾ ਕੀਤੀ ਜਾਂਦੀ ਹੈ ਹਿੰਦੂ ਧਰਮ ਦੇ ਵਿੱਚ। ਮੈਂ ਕੋਈ ਉੱਚਾ ਨੀਚਾ ਨਹੀਂ ਦਿਖਾ ਰਿਹਾ, ਉਹ ਉਹਨਾਂ ਦਾ ਇੱਕ ਇਸ਼ਟ ਹੈਗਾ, ਉਹਨਾਂ ਦਾ ਇੱਕ ਮੰਨਣਾ ਹੈਗਾ, ਉਹ ਸਾਨੂੰ ਪੂਰਾ ਸਨਮਾਨ ਹੈ। ਮੈਂ ਖੁਦ ਮੰਦਿਰਾਂ ਦੇ ਵਿੱਚ ਜੇ ਲੋੜ ਪੈਂਦੀ ਹੈ ਕਿਸੇ ਨਾਲ, ਸਾਡੇ ਹਿੰਦੂ ਦੋਸਤ ਜਾਣੇ ਆ, ਨਤਮਸਤਕ ਹੁੰਨੇ,
ਇਹ ਉਹਨਾਂ ਦੀ ਇੱਕ ਨਿਸ਼ਚਾ ਹੈ। ਸਾਡੇ ਦਰਬਾਰ ਸਾਹਿਬ 'ਚ ਬਹੁਤ ਸਾਰੇ ਹਿੰਦੂ ਆਉਂਦੇ ਆ ਉੱਥੇ, ਜਾਂ ਹੋਰ ਗੁਰਦੁਆਰਾ ਸਾਹਿਬ 'ਚ ਆਉਂਦੇ ਆ, ਉਹ ਨਿਸ਼ਚਾ ਇਹ ਇੰਨੀ ਖੁੱਲ੍ਹ ਖੁਲਾਸਾ ਹੋਣਾ ਚਾਹੀਦਾ। ਪਰ ਤੁਸੀਂ ਇਹ ਉਸ ਕਿਸਮ ਦਾ ਜੇ ਕਹੋਗੇ ਕਿ ਸਿੱਖੀ ਹੁਣ ਉਸੇ ਕਿਸਮ ਦੀ ਹੈ, ਤੇ ਫਿਰ ਮੇਰਾ ਖਿਆਲ ਹੈ ਕਿ ਅਸੀਂ RSS ਲਈ ਇੱਕ ਇਹ ਮੋਕਲਾ ਰਾਹ ਕਰ ਦਾਂਗੇ, ਸੌਖਾ ਕਰ ਦਾਂਗੇ ਇਹ ਕਹਿਣ ਲਈ ਕਿ ਇਹ ਸਾਡੇ ਇੱਕ ਪੱਗਾਂ ਬੰਨਣ ਵਾਲੇ ਤੇ 5 ਕਕਾਰ ਪਹਿਨਣ ਵਾਲੇ ਹਿੰਦੂ ਹੀ ਹੈਗੇ। ਫਿਰ ਸਾਨੂੰ ਜਦੋਂ ਕੋਈ ਇੰਜ ਕਹਿੰਦਾ ਤੇ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੀ। ਜਦੋਂ ਤੱਕ ਸਜ਼ਾ ਦਾ ਸਵਾਲ ਹੈ ਕਿ ਤਾਮੁਰ ਕੈਦ, ਮੈਂ ਇਸੇ ਕਰਕੇ ਕਹਿ ਰਿਹਾ ਨਾ, ਮੈਂ ਇਹ ਕਹਿਣਾ ਕਿ ਜਿਹੜੀ ਇਹ ਗੱਲ ਲਿਖ ਕੇ ਬਾਰ-ਬਾਰ ਕਹਿਣਾ ਉਮਰ ਕੈਦ, ਉਹਨਾਂ ਤੇ ਫਾਂਸੀ ਦੀ ਕਹੀ ਸੀਗੀ ਅਕਾਲੀਆਂ ਨੇ, ਕਿ ਇਹਦਾ ਕੋਈ ਪਹਿਲੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਰੁਕ ਜੂਗਾ ਟ੍ਰੈਫਿਕ ਰੂਲ ਦੇ। ਹੁਣ ਤੁਸੀਂ ਛੱਡ ਦਿਓ, ਮੈਂ ਨਿੱਕੀ ਗੱਲ ਤੁਹਾਡੀ ਬਾਹਰ ਫਿਰ ਦੂਜੇ ਢੰਗ ਨਾਲ ਕਹਿਣਾ, ਜਦੋਂ ਉਹ ਲੜਕੀ ਜਿਹੜੀ ਦਿੱਲੀ ਦੇ ਵਿੱਚ ਰੇਪ ਕਰਕੇ ਮਾਰ ਦਿੱਤੀ ਸੀਗੀ, ਉਹਦਾ ਨਾਂ ਯਾਦ ਹੈ ਤੁਹਾਨੂੰ? ਕੀ ਉਹਦਾ ਨਾਂ ਰੱਖਿਆ ਸੀਗਾ ਕੋਈ? ਹਾਂ, ਨਿਰਭਇਆ ਨਾਂ ਰੱਖਿਆ ਸੀ ਉਹਦਾ। ਹਾਂ, ਉਦੋਂ ਬਾਅਦ ਜਿਹੜੇ ਜਸਟਿਸ ਵਰਮਾ, ਉਹਨਾਂ ਨੇ ਜਿਹੜੇ ਪਹਿਲੇ ਹੀ ਕਾਫੀ ਸਖਤ ਕਾਨੂੰਨ ਸੀ ਔਰਤਾਂ ਦੇ ਹੱਕ ਵਿੱਚ, ਉਹ ਹੋਰ ਸਖਤ ਕਰਦੇ ਸੀ ਕਿ ਕੋਈ ਵੀ ਔਰਤ ਜੇ ਕਹੇ ਥਾਣੇ 'ਚ ਜਾ ਕੇ ਕਿ FIR ਦਰਜ ਕਰੋ ਕਿ ਮੇਰਾ ਰੇਪ ਹੋਇਆ ਤੇ ਫਲਾਂ ਬੰਦੇ ਨੇ ਕੀਤਾ, ਤੁਹਾਨੂੰ ਉਹ ਦਰਜ ਕਰਕੇ ਇਨਕੁਆਇਰੀ ਕਰਨੀ ਪਊ। ਉਹਦੇ ਕੋਲੋਂ ਪ੍ਰੂਫ ਨਹੀਂ ਮੰਗ ਸਕਦੇ ਤੁਸੀਂ ਕਿ ਉਹ ਪਹਿਲਾਂ ਪ੍ਰੂਫ ਦੇਵੇ। ਇਹ ਬਹੁਤ ਸਖਤ ਕਾਨੂੰਨ ਆ। ਉਦੋਂ ਬਾਅਦ ਕੀ ਔਰਤਾਂ ਨਾਲ ਧੱਕਾ, ਔਰਤਾਂ ਦੇ ਉਲਟਾ ਇਹ ਹੋ ਗਿਆ ਸਗੋਂ ਕਿ ਜਦੋਂ ਇਹ ਕਾਨੂੰਨ ਸਖਤ ਹੋਇਆ ਤੇ ਜਿਹੜੀਆਂ ਬੱਚੀਆਂ ਨਾਲ ਪਹਿਲਾਂ ਰੇਪ ਹੁੰਦਾ ਸੀਗਾ, ਉਹਨਾਂ ਨੂੰ ਉਹ ਜਾਣ ਦਿੰਦੇ ਸੀ, ਮਾਰਦੇ ਨਹੀਂ ਸੀ। ਫਿਰ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਮਰ ਕੈਦ ਹੋ ਸਕਦੀ ਹੈ ਜਾਂ ਕੋਈ ਵੱਡੀ ਸਖਤ ਸਜ਼ਾਵਾਂ, ਹੋਰ ਕਾਨੂੰਨ ਬਹੁਤ ਸਖਤ ਕਰ ਦਿੱਤਾ, ਉਹ ਰੇਪ ਤੋਂ ਬਾਅਦ ਮਾਰਨ ਵੀ ਲੱਗ ਪਏ ਆਪਣੇ ਵਿਕਟਮ, ਪੀੜਤ ਨੂੰ, ਤਾਂ ਕਿ ਕੋਈ ਖੁਰਾ ਖੋਜ ਨਾ ਰਹੇ, ਕਿਤੇ ਸੁੱਟ ਦੋ, ਕਿਤੇ ਸਾੜ ਦੋ, ਕੋਈ ਕੁਛ ਕਰ ਦੋ। ਉਹਦੇ ਨਾਲ ਕ੍ਰਾਈਮ ਦੀ ਇੰਟੈਂਸਿਟੀ ਹੋਰ ਵੱਧ ਗਈ। ਇਸ ਲਈ ਤੁਸੀਂ ਇਹ ਸੋਚੋਗੇ ਜੇ ਕਿ ਤੁਸੀਂ ਉਮਰ ਕੈਦ ਕਰਕੇ ਤੇ ਇਹਦੇ 'ਚ ਡੈਟਰੈਂਸ ਪੈਦਾ ਕਰ ਦੋਗੇ, ਇੰਜ ਨਹੀਂ ਹੋਣਾ ਹੈ। ਇਹ ਸ਼ਰਾਰਤੀ ਲੋਕ ਕਰਦੇ ਆ ਜਾਂ ਕਮਲੇ ਲੋਕ ਕਰਦੇ ਆ ਜਾਂ ਕੋਈ ਕਰਵਾਇਆ ਜਾਂਦਾ। ਕਿਹਨੂੰ ਕਿਸੇ ਨਾਲ ਕਿਸੇ ਦੇ ਧਰਮ ਦੇ ਵਿੱਚ ਪੰਗਾ ਲੈਣ ਦੀ ਕੀ ਲੋੜ ਹੈ? ਤੇ ਜੇ ਮਾਸ ਪੱਧਰ ਤੇ ਹੁੰਦਾ ਫਿਰ ਤੁਸੀਂ ਕੋਈ ਕਰ ਨਹੀਂ ਸਕਦੇ। ਜਿਵੇਂ ਪਾਕਿਸਤਾਨ ਹਿੰਦੁਸਤਾਨ ਜਦੋਂ ਬਣਿਆ, ਫਿਰ ਤੇ ਸਾਰਾ ਕੁਝ ਅੱਗੇ ਵੀ ਹੁੰਦਾ ਰਿਹਾ। ਬੁੱਧਿਜ਼ਮ ਬਾਰੇ ਕੀ ਹੋਇਆ, ਇਸਲਾਮ ਬਾਰੇ ਕੀ ਹੋਇਆ, ਸਾਡੇ ਬਾਰੇ ਜਾਂ ਹੋਰ ਕਿਸੇ ਧਰਮ ਬਾਰੇ ਵੀ ਕਦੀ ਵੀ ਜਦੋਂ ਮਾਸ ਪੱਧਰ ਤੇ ਉੱਤੇ ਵਾਇਲੈਂਸ ਹੁੰਦੀ ਆ, ਉਦੋਂ ਕਾਨੂੰਨ ਕਿੱਥੇ ਰਹਿੰਦੇ? ਉਦੋਂ ਤੇ ਕਾਨੂੰਨ ਜਿਹੜਾ ਤੋੜੇ ਉਹੀ ਸਭ ਤੋਂ ਵੱਡਾ ਸ਼ਹੀਦ ਆ। ਇਸ ਲਈ ਜਦੋਂ ਨਾਰਮਲ ਹਾਲਾਤਾਂ 'ਚ ਤੁਸੀਂ ਕਾਨੂੰਨ ਬਾਰ-ਬਾਰ ਹੋਰ ਸਖਤ ਕਰੋ, ਹੋਰ ਸਖਤ ਕਰੋ, ਆਹ ਕਰੋ, ਆਹ ਕਰੋ, ਇਹ ਰਾਜਨੀਤਿਕ ਬਰੌਨੀ ਪੁਆਇੰਟ ਬਣਾਉਣ ਤੋਂ ਇਲਾਵਾ, ਇੱਕ ਵਾਹਵਾਹੀ ਖੱਟਣ ਤੋਂ ਇਲਾਵਾ, ਧਰਾਤਲ ਤੇ ਇਨਸਾਫ ਲੈ ਲੈਣਾ ਉਹ ਸਖਤੀ ਦੇ ਨਾਲ। ਜਾਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੱਸਦਾ, ਜਿਸ ਤਰ੍ਹਾਂ ਟ੍ਰੈਫਿਕ ਦੇ ਕਾਨੂੰਨ ਪਹਿਲਾਂ ਨਾਲੋਂ ਸਖਤ ਕਰਤੇ, ਤੇ ਉਹਦੇ ਨਾਲ ਕੀ ਹੋਇਆ ਕਿ ਵਾਇਲੇਸ਼ਨ ਤੇ ਨਹੀਂ ਘਟੀ ਹੈ, ਪਰ ਇਹ ਜ਼ਰੂਰੀ ਆ ਕਿ ਜਿਹੜੇ ਸਿਪਾਹੀਆਂ ਦੇ ਪੈਸੇ ਆ, ਪਹਿਲਾਂ ਜਿੱਥੇ 200 ਨਾਲ ਛੱਡਦੇ ਸੀ ਹੁਣ 500 ਮੰਗਦੇ ਆ, ਕਹਿੰਦੇ ਵੀ ਦੇਖ ਲਾ, ਨਹੀਂ ਤੇ 5000 ਲੱਗਣਾ, 500 ਦੇ ਦੇ। ਉਹਨਾਂ ਦਾ ਰੇਟ ਵੱਧ ਗਿਆ ਤੇ ਫਿਰ ਫਾਇਦਾ ਕਿਹਨੂੰ ਹੋਇਆ? ਇਸ ਲਈ ਇਹ ਕਾਨੂੰਨ ਦਾ ਕਿੱਥੇ ਕੀ ਅਸਰ ਹੋਣਾ, ਆਪਾਂ ਧਰਾਤਲ ਦੀ ਹਾਲਾਤ ਦੇਖ ਕੇ ਦੇਖੀਏ। ਮੈਨੂੰ ਲੱਗਦਾ ਕਿ ਇਹ ਸਵਾਏ ਰਾਜਨੀਤੀ ਤੋਂ ਪ੍ਰੇਰਿਤ ਹੋਣ ਤੇ ਇਹੋ ਜਿਹੀਆਂ ਮੰਗਾਂ ਨਹੀਂ ਆ, ਪਰ ਮੈਂ ਇਹਦਾ ਕੋਈ ਵਿਰੋਧ ਨਹੀਂ ਕਰ ਰਿਹਾ ਕਿ ਉਹਨੂੰ ਨਹੀਂ ਕਰੋ। ਪਰ ਜੇ ਤੁਸੀਂ ਇਸ ਸਖਤ ਕਾਨੂੰਨ ਤੋਂ ਉਮੀਦ ਇਹ ਕਰੋਗੇ ਕਿ ਫਿਰ ਜੋ ਹੁਣ ਬੇਅਦਬੀਆਂ ਹੁੰਦੀਆਂ ਉਹ ਘਟ ਜਾਣਗੀਆਂ ਜਾਂ ਬੰਦ ਹੋ ਜਾਣਗੀਆਂ, ਬਿਲਕੁਲ ਹੀ ਇੰਜ ਨਾ ਸੋਚਿਓ। ਹਾਂ ਬਿਲਕੁਲ, ਧਾਰਾ 302 ਪਈ ਹੈ, ਜੇ ਕੋਈ ਕਤਲ ਕਰਦਾ ਹੈ ਤੇ ਫਿਰ ਕਿਹੜਾ ਕਤਲ ਰੁਕ ਗਏ। ਸਹੀ ਗੱਲ ਆ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ।